ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ। ਗਰਮੀ ਦੇ ਇਸ ਮੌਸਮ ਜੇ ਕਹਿੰਦੇ ਛਟਾਕੇ ਜੇ ਪਏ ਥੋੜੇ ਜੇ ਤੇ ਜਥੇਦਾਰ ਸਾਹਿਬ ਨੇ ਇਸ ਠੰਡੇ ਜੇ ਮੌਸਮ ਦੇ ਵਿੱਚ ਇਹੋ ਜਿਹਾ ਬਿਆਨ ਦੇ ਦਿੱਤਾ ਕਿ ਬਈ ਪਟਾਕੇ ਪਾਤੇ ਹੈ ਪਟਾਕੇ ਪਾਤੇ ਉਹਨਾਂ ਪਟਾਕੇ ਪਾਤੇ। ਉਹ ਮਾਤੜ ਬੰਦਾ ਉਦਾਂ ਹੀ ਕੰਬੀ ਜਾਂਦਾ ਵੀ ਇਹ ਕਹਿ ਕੀ ਦਿੱਤਾ ਉਹਨਾਂ ਨੇ, ਜਿਹਨੂੰ ਪਤਾ ਹੀ ਨਹੀਂ। ਵੇਖੋ ਗੱਲ ਸੁਣੋ, ਜਿਹੜੀ ਗੱਲ ਆਪਾਂ ਕਰਦੇ ਨਾ ਜੀ ਜਥੇਦਾਰ ਸਾਹਿਬ ਦੀ, ਹਾਂ ਉਹਨਾਂ ਨੇ ਕਿਸ ਸੰਕਲਪ ਕੀਤਾ? ਹਾਂ ਬਸ ਮੈਂ ਤੁਹਾਨੂੰ ਕੁਐਸਚਨ ਕਰਾਂ। ਸੰਕਲਪ ਮੈਂ ਨਹੀਂ ਬੋਲਾਂਗਾ, ਤੁਸੀਂ ਬੋਲਿਓ। ਫਿਰ ਮੈਂ ਜੇ ਕਿਤੇ ਮੈਨੂੰ ਲੱਗਾ ਕਿ ਇੰਜ ਨਹੀਂ ਤੇ ਇੰਜ ਆ ਤੇ ਇਸ ਮੰਚ ਤੋਂ ਆ ਗੱਲ ਹੋਣੀ ਚਾਹੀਦੀ, ਮੈਂ ਡੈਫੀਨੇਟਲੀ ਕਰਾਂਗਾ। ਜਥੇਦਾਰ ਅਕਾਲ ਤਖਤ ਸਾਹਿਬ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਅਕਾਲ ਤਖਤ ਸਾਹਿਬ ਦੀ ਸਾਜਨਾ ਕਰਨ ਵਾਲੇ, ਉਹਨਾਂ ਦੇ ਗੁਰਤਾ ਦਿਵਸ ਦੇ ਮੌਕੇ ਤੇ ਉਹਨਾਂ ਨੇ ਜੋ ਕੌਮ ਨੂੰ ਸੰਬੋਧਨ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕਹਿ ਰਹੀ ਹੈ ਸ਼ਸਤਰਧਾਰੀ, ਸ਼ਸਤਰ ਤੇ ਸ਼ਾਸਤਰਧਾਰੀ ਹੋਣ ਦਾ ਜਿਹੜਾ ਗੁਰੂ ਦਾ ਸੰਕਲਪ ਸੀ ਉਹਨੂੰ ਦੁਹਰਾਉਣ ਵਾਸਤੇ ਜੋ ਕਿਹਾ ਹੈ, ਤੁਹਾਡਾ ਨਜ਼ਰੀਆ? ਲੋਕੀ ਬਹੁਤ ਇਹਦੇ ਤੇ, ਮੈਂ ਨਹੀਂ ਕਹੂੰਗਾ ਹਰ ਬੰਦੇ ਦੇ ਵਿਚਾਰ ਆਪੋ ਆਪਣੇ ਪੋਜ਼ਿਟਿਵ ਨੇ, ਵਿਚਾਰ ਦੇ ਰਹੇ ਨੇ, ਤੁਹਾਡਾ ਨਜ਼ਰੀਆ ਕੀ ਹੈ? ਜਿਸ ਦਿਨ 57 ਕੁੜੀਆਂ ਨਾਲ ਦਿੱਲੀ 'ਚ ਬਲਾਤਕਾਰ ਹੋਇਆ ਸੀ, ਵਿਰੋਧ ਕਰਨ ਵਾਲੇ ਉਦੋਂ ਕਿੱਥੇ? ਰੱਖ 57 ਕੁੜੀਆਂ ਮਾਂ ਪਿਓ ਤੋਂ ਖੋ ਕੇ ਉਹਨਾਂ ਲੋਕਾਂ ਨੇ ਬਲਾਤਕਾਰ ਕੀਤੇ ਜਿਨ੍ਹਾਂ ਦੀ ਔਕਾਤ ਨਹੀਂ ਸੀ। ਉਹਨਾਂ ਦੇ ਘਰਾਂ ਵਿੱਚੋਂ 10-10 ਹਜ਼ਾਰ ਦੇ ਬੈੱਡ ਉਸ ਟਾਈਮ ਤੇ ਚੁੱਕ ਕੇ 84 ਆਪਣੇ ਘਰ 'ਚ ਲੈ ਗਏ ਸੀ ਜਿਹਨਾਂ ਦੀ ਔਕਾਤ ਨਹੀਂ ਸੀ। ਉਦੋਂ ਕਿੱਥੇ ਸਨ ਲੋਕ? ਜਿਹੜੀ ਸ਼ਸਤਰ ਤੇ ਸ਼ਸਤਰ ਦੀ ਗੱਲ ਕੀਤੀ ਹੈ, ਜਥੇਦਾਰ ਸਾਹਿਬ ਨੇ ਕਿਹਾ ਕਿ ਹਰ ਇੱਕ ਨੂੰ ਜਿਹੜਾ ਵਾ ਲਾਇਸੈਂਸੀ ਹਥਿਆਰ ਲੈ ਕੇ ਹਥਿਆਰਬੰਦ ਹੋਣਾ ਚਾਹੀਦਾ। ਸੰਕਲਪ ਕੀ ਸੀਗਾ? ਸੰਕਲਪ ਇਹ ਸੀ ਕਿ ਵੀ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸੀ ਉਹ ਗੁਰਗੱਤਾ ਦਿਵਸ ਸੀਗਾ। ਬਿਲਕੁਲ। ਉਹਦੇ ਤੇ ਉਹਨਾਂ ਕਿਹਾ ਵੀ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਤੇ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਤੁਸੀਂ ਜਿਹੜੇ ਆ ਗੁਰੂ ਘਰ ਦੇ ਵਿੱਚ ਘੋੜੇ ਤੇ ਸ਼ਸਤਰ ਚੜਾਉਣੇ, ਕਿਉਂਕਿ ਸਾਨੂੰ ਲੋੜ ਐਸ ਜਿਹੜੀ ਆ ਉਹ ਬਿਲਕੁਲ ਤੌਰ ਤੇ ਸਾਨੂੰ ਜਿਹੜਾ ਵਾ ਉਹ ਤਿਆਰ ਹੁੰਦੀ ਆ। ਫਿਰ ਉਹਨਾਂ ਨੇ ਨਾਂ ਕੀ ਦਿੱਤਾ? ਆਦੀ ਵੀ ਗੂਗਲ ਕਹਿੰਦੀ ਤਲਵਾਰ ਨਾ, ਉਹਨਾਂ ਕਿਰਪਾਨ ਦਿੱਤਾ ਵੀ ਇਹ ਕਿਰਪਾ ਦੀ ਸਾਗਰ ਤੇ ਸਿਰਫ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਉੱਠੇਗੀ, ਬਾਕੀ ਕਿਸੇ ਮਜ਼ਲੂਮ ਦੇ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ ਹਾਂ, ਜਥੇਦਾਰ ਨੇ ਕਹਿਤਾ ਹੋਣਾ ਚਾਹੀਦਾ ਲਾਇਸੈਂਸੀ ਹਥਿਆਰ। ਲਾਇਸੈਂਸ ਜਿਹੜੇ ਕਿ ਨੇ ਸਰਕਾਰ ਕੋਲ ਜ਼ਬਰਦਸਤੀ ਕਰ ਲਿਆ ਲੈਣੇ, ਸਰਕਾਰ ਦੇ ਉੱਤੇ ਲੈ ਲਾਂਗੇ, ਨਹੀਂ ਤੇ ਕੋਈ ਗੱਲ ਨਹੀਂ। ਅਗਲੀ ਗੱਲ, ਅਸੀਂ ਫਾਰਮ ਹਾਊਸ ਤੇ ਰਹਿੰਦੇ ਜੀ ਪਿੰਡ ਆਪਣੇ, 3 ਫਾਰਮ ਹਾਊਸ ਤੇ, ਇੱਕ ਚਾਚੀ ਜੀ ਦਾ, ਇੱਕ ਸਾਡਾ, ਇੱਕ ਤਾਜੀ। ਬਿਲਕੁਲ। ਫਾਰਮ ਹਾਊਸ ਤੇ ਜਦੋਂ ਵੀ ਕਿਤੇ ਕੋਈ ਗੜਬੜ ਹੁੰਦੀ ਹੈ ਤਾਂ ਦੂਜੇ ਪਾਸੋਂ ਚਾਚੇ ਤਾਜੂ ਕਿਤੇ ਸਰਪੰਚਾ ਵੇਖੀ ਯਾਰ ਕੀ ਗੱਲਾਂ ਬੰਦੇ ਰੌਲਾ ਜਿਹਾ ਪਾਉਂਦੇ, ਇੱਥੇ ਵੇਖੀ ਕੌਣ ਤੁਹਾਡੇ ਕੋਲ ਹਥਿਆਰ ਹੈ, ਕੋਠੀ ਜਿਹੜੇ ਕਿ ਗੋਲੀ ਚਲਾ ਸੋ ਭੱਜਣ, ਕੋਈ ਨਹੀਂ ਲੱਭਦਾ ਉੱਥੇ। ਆਪਣੀ ਸਿਕਿਉਰਿਟੀ ਕੀਤੀ, ਕਿਸੇ ਕੁਛ ਨਹੀਂ ਕਿਹਾ ਨਾ ਜੀ। ਭੱਟ ਸਾਹਿਬ 1 ਮਿੰਟ ਲਾਊਂਗਾ, ਮੈਂ ਲਿਖ ਕੇ ਰੱਖੇ ਸੀ ਪੁਆਇੰਟ। ਬਾਈਕਾਂ ਦੇ ਵਿੱਚ ਆਪਾਂ, ਤੁਸੀਂ ਖੇਤਾਂ 'ਚ ਕਹਿੰਦੇ ਬਾਈਕਾਂ ਕਹਿੰਦੇ ਉਹਨੂੰ, ਜਿਹੜਾ ਹੌਲੀ ਹੌਲੀ ਪਿੰਡ ਵੀ ਵੱਸਦਾ ਜਾਂਦਾ, 1-2 ਘਰ ਹੁੰਦੇ ਬਾਈਕਾਂ ਦੇ ਵਿੱਚ ਰਹਿਣ ਵਾਲੇ ਜੱਟ ਜ਼ਿਮੀਂਦਾਰ ਜੀ, ਉਹ ਪਹਿਲਾ ਪ੍ਰਬੰਧ ਕੀ ਕਰਦੇ ਆ? ਉਸ ਵਕਤ ਹਥਿਆਰ ਨਹੀਂ ਸੀ ਤੇ ਲਾਇਸੈਂਸੀ ਹਥਿਆਰ ਲੈਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਬਾਈਕਾਂ 'ਚ ਰਹਿੰਦੇ ਹਾਂ, ਕੋਈ ਲੁਟੇਰਾ ਆ ਕੇ ਸਾਨੂੰ ਲੁੱਟ ਨਾ ਜਾਵੇ ਤੇ ਅਸੀਂ ਆਪਣਾ ਪ੍ਰਬੰਧ ਆਪ ਕਰਨਾ। ਰਾਤ ਨੂੰ ਸਾਡੇ ਬਜ਼ੁਰਗ ਸੌਣ ਲੱਗਿਆ ਆਪਣੇ ਸਰਾਣਿਆਂ ਦੇ ਵਿੱਚ, ਆਪਣੇ ਸਰਾਣੇ ਜਾਂ ਆਪਣੇ ਬੱਕਲ ਦੇ ਵਿੱਚ ਜਿੱਥੇ ਵੀ ਆ, ਉਹ ਸ਼ਾਸਤਰ ਰੱਖ ਕੇ ਸੌਂਦੇ ਸੀ। ਬਿਲਕੁਲ ਹੁੰਦੇ ਸੀ। ਤਲਵਾਰ ਕਈ ਨੰਗੀ ਕਰਕੇ ਵੀ ਸੌਂਦੇ ਸੀ ਮੁੰਡੇ, ਕਈ ਰੱਖ ਕੇ ਵੀ ਸੌਂਦੇ ਸੀ ਮਿਆਨ ਦੇ ਵਿੱਚ, ਜਾਂ ਗਡਾਸੀ ਟਕੂਆ ਜੋ ਵੀ ਕਿਸੇ ਕੋ ਸੀ ਰੱਖ ਕੇ ਸੌਂਦਾ ਸੀ। ਠੀਕ ਹੈ। ਜਦੋਂ ਲੁਟੇਰੇ ਪੈਣ ਲੱਗੇ, ਪਿੰਡਾਂ ਦੀਆਂ ਪੰਚਾਂ ਦੀਆਂ ਜਿਹੜੀਆਂ ਨਾ ਉਹ ਜ਼ਿੰਮੇਵਾਰੀਆਂ ਲੱਗੀਆਂ ਸੀ ਕਿ ਇਹਨਾਂ ਨੂੰ ਹਥਿਆਰ ਲੈ ਕੇ ਦਿਓ, ਪਿੰਡਾਂ ਦੇ ਆਲੇ ਦੁਆਲੇ ਬਾਹਰੋਂ ਲੁਟੇਰੇ ਨਾ ਆਉਣ, ਪਿੰਡ ਦੀ ਰੱਖਿਆ ਹੋ ਸਕੇ। ਕਿਲੇ ਬਣਦੇ ਸਨ ਉਸ ਵਕਤ ਕਿ ਬਾਹਰੋਂ ਦੁਸ਼ਮਣ ਆਉਂਦਾ ਵਾਲਾ ਤਾਕਤਵਰ ਆ, ਕਿਲੇ ਇੰਨੇ ਸਟਰੋਂਗ ਬਣਾ ਦਿਓ ਕਿ ਇਹਨਾਂ ਦੇ ਵਿੱਚ ਰਹਿਣ ਵਾਸਤਾ ਜੀਵ ਜੰਤੀ ਪਸ਼ੂ ਪੰਛੀ ਜਿਹੜਾ ਸਾਡਾ ਸੁਰੱਖਿਅਤ ਰਵੇ, ਸਾਡੀਆਂ ਧੀਆਂ ਭੈਣਾਂ ਸੁਰੱਖਿਅਤ ਰਹਿਣ, ਤੇ ਉਹਨਾਂ ਨੂੰ ਹਥਿਆਰ ਫੜਾ ਕੇ ਤੇ ਖੜਾਇਆ ਜਾਂਦਾ ਸੀਗਾ। ਓਕੇ, ਆਓ ਗੱਲ ਮੁੜ ਕੇ ਆਪਣੇ ਫਿਰ ਆਪਾਂ ਸ਼ਾਰਟਕਟ 'ਚ ਆ ਜਾਂਦੇ ਹਾਂ।
ਸ਼ਾਰਟਕਟ ਦੇ ਵਿੱਚ ਹੈ ਕਿ ਸੰਕਲਪ ਕੀ ਸੀ, ਕੱਲ ਪ੍ਰੋਗਰਾਮ ਕੀ ਸੀ, ਕੱਲ ਇਤਿਹਾਸਕ ਦਿਨ ਕੀ ਸੀ, ਮਤਲਬ ਇਹ ਹੈ ਕਿ ਕੱਲ ਦਿਨ ਕੀ ਸੀਗਾ। ਕੱਲ ਦਿਨ ਦੀ ਗੱਲ ਇਹ ਆ ਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਅਕਸਰ ਸਾਡੇ ਵੱਡ ਵਡੇਰੇ ਜਿਹੜੇ ਬਜ਼ੁਰਗ ਨੇ ਸੋਟੀ ਲੈ ਕੇ ਬਾਹਰ ਨਿਕਲਦੀ ਅਜੇ ਵੀ ਕਹੀ ਵੀ ਕੁੱਤਾ ਨਾ ਪੈ ਜਾਏ ਕਿਤੇ, ਜੀ 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 ਜੀ, ਕੁੱਤਾ ਨਾ ਪੈ ਜਾਏ ਕਿਤੇ। ਤੇ ਕੁੱਤੇ ਦੀ ਥਾਂ ਤੇ ਜੇ ਕੋਈ ਵੱਡਾ ਬੰਦਾ ਤੁਹਾਡਾ ਕੋਈ ਦੁਸ਼ਮਣ ਆ ਕੇ ਪੈ ਜਾਏ, ਤੁਹਾਡੇ ਕੋਲ ਹੋਵੇ ਹੱਥ 'ਚ ਸੋਟੀ, ਉਹਦੇ ਕੋਲ ਹੋਵੇ ਬੰਦੂਕ, ਕਿੱਦਾਂ ਮੁਕਾਬਲਾ ਕਰ ਲੋਗੇ? ਤੁਹਾਡੇ ਕੋਲ ਤਲਵਾਰ ਵੀ ਹੋਵੇ ਭਾਵੇਂ, ਜਾਂਤ ਹੋਵੇ ਨਾ। ਆਪਾਂ ਇਸੇ ਮੰਚ ਤੇ ਗਿਆਨੀ ਹਰਪ੍ਰੀਤ ਸਿੰਘ, ਤੁਸੀਂ ਬੇਬੀ ਜਹੇਦਾਰ ਵੀ ਕਿਹਾ, ਅਸੀਂ ਮਤਲਬ ਜੋ ਕੁਝ ਵੀ ਉਹਨਾਂ ਦੀ ਗੱਲ ਨੂੰ ਕ੍ਰਿਟੀਸਾਈਜ਼ ਕਰ, ਹਰ ਗੱਲ ਬਾਦਲਾਂ ਦੇ ਨਾਲ ਨਹੀਂ ਜੋੜ ਕੇ ਦੇ ਸਕਦੇ ਤੁਸੀਂ। ਕੱਲ ਇਤਿਹਾਸਕ ਦਿਨ ਕੀ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਘੋੜੇ ਤੇ ਸ਼ਸਤਰ ਲੈ ਕੇ ਆਉਣ ਵਾਸਤੇ ਸਿੱਖਾਂ ਨੂੰ, ਉਸ ਵਕਤ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ, ਅੱਜ ਦੀ ਪਨੀਰੀ ਜਿਹੜੀ ਸੋ ਕਾਲ ਜਿਹਨਾਂ ਪਤਾ ਵੀ ਹੈ ਨਾ, ਉਹ ਵੀ ਜਨਾਜ਼ਾ ਕੱਢ ਰਹੇ ਨੇ ਆਪਣਾ ਅਕਲ ਦਾ। ਜੇ ਸਿੰਘ ਸਾਹਿਬ ਕੱਲ ਇਹੋ ਜਿਹਾ ਬਿਆਨ ਨਾ ਦਿੰਦੇ, ਵੇਖੋ ਜੀ ਸਿੰਘ ਸਾਹਿਬ ਨੂੰ ਜਹੇਦਾਰ ਬਣਾ ਦਿੱਤਾ, ਇਹ ਬਿਆਨ ਦੇਣਾ ਚਾਹੀਦਾ ਸੀ, ਇਤਿਹਾਸ ਦਾ ਹੀ ਨਹੀਂ ਪਤਾ, ਉਹ ਦੂਜੇ ਪਾਸੇ ਉਹ ਵਗਣਾ ਸੀ ਇਹਨਾਂ ਨੇ। ਮੈਂ ਕਹਿੰਦਾ ਮੌਕਾ ਹੀ ਮਾਰੀ ਜਾਂਦੇ। ਉਹਨਾਂ ਨੇ ਕੀ ਗੱਲ ਕਹਿ ਦਿੱਤੀ, ਹਥਿਆਰ ਲਾਇਸੈਂਸੀ ਹਥਿਆਰ ਰੱਖਣਾ ਤੁਸੀਂ। ਕਦੇ ਉਹਨਾਂ ਨੇ ਕਦੇ ਸੰਵਿਧਾਨ ਤੋਂ ਉਲਟ ਬਿਆਨ ਦਿੱਤਾ ਕੋਈ? ਤੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਆ ਕਿੰਨੇ ਕੁ ਲੈ ਕੇ ਤੁਰੇ ਫਿਰਦੇ ਆ ਲੋਕਾਂ ਨੂੰ ਮਾਰਨ ਵਾਸਤੇ ਵੀ। ਬਿਲਕੁਲ ਜੀ, ਬਿਲਕੁਲ। ਤੁਸੀਂ ਆਪਣਾ ਕੰਟੀਨਿਊ ਰੱਖੋ। ਬਹੁਤ ਸੋਹਣਾ ਤੇ ਦੱਸ ਰਹੇ ਸੀ, ਸੌਰੀ ਮੈਨੂੰ ਤਾਂ ਪੁਆਇੰਟ ਵਜੇ ਯਾਦ ਆਇਆ ਸੀ ਤਾਂ ਕਰਕੇ ਮੈਂ ਬੋਲਿਆ। ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜ ਦਿਆਂ ਜੀ। 84 ਤੋਂ ਪਹਿਲਾਂ ਰਾਮ ਜੇਠਮਲਾਨੀ ਜਿਹੜੇ ਸਿੱਖਾਂ ਦੇ ਵਕੀਲ ਹੁੰਦੇ ਸੀ ਜੀ, ਸਿੱਖਾਂ ਦੇ ਬਹੁਤ ਕੇਸ ਲੜੇ ਉਹਨਾਂ ਨੇ, ਉਹ ਆਏ ਸੰਤ ਭਿੰਡਰਾਂਵਾਲੇ ਕੋਲੇ, ਕਹਿੰਦੇ ਜੀ ਮੈਂ ਕਿਹਾ ਨਾਲੇ ਮੈਂ ਦਰਬਾਰ ਚ ਗੁਰੂ ਦੇ ਦਰਸ਼ਨ ਕਰਾਂ, ਨਾਲੇ ਤੁਹਾਨੂੰ ਮਿਲ ਜਾਵਾਂ। ਮਿਲਣ ਆਪਣੇ ਕਿਸੇ ਹੋਰ ਮਕਸਦ ਨਾਲ ਆਏ, ਮਕਸਦ ਆਏ ਸੀ। ਉਹਨਾਂ 5 ਸਵਾਲ ਕੀਤੇ ਸੀ ਸੰਤ ਭਿੰਡਰਾਂਵਾਲੇ। 5 ਸਵਾਲ ਦੇ ਇੱਕ ਸਵਾਲ ਦਾ ਜ਼ਿਕਰ ਕਰਾਂਗੇ, ਬਾਕੀ ਬੱਚਾ ਛੱਡਦੀ ਰਿਵਿਊ ਕਰਤੇ ਫਿਰ ਆਪਣਾ ਕੰਮ ਖਰਾਬ ਹੋ ਜਾਣਾ। ਇੱਕ ਸਵਾਲ ਉਹਨਾਂ ਦਾ ਇਹ ਸੀ, ਸੰਤ ਜੀ ਤੁਸੀਂ ਹਥਿਆਰ ਰੱਖਦੇ ਹੋ, ਜਿਹੜਾ ਹਥਿਆਰ ਆ ਇਹ ਜੰਗ ਦਾ ਪ੍ਰਤੀਕ ਆ, ਅਮਨ ਦਾ ਪ੍ਰਤੀਕ ਨਹੀਂ। ਸੰਤ ਕਹਿਣ ਲੱਗੇ ਵੇਖੋ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਤੇ ਸ਼ਸਤਰ ਦਿੱਤੇ, ਇਹ ਸਾਡਾ ਵਿਰਸਾ ਵਾ, ਸਾਡਾ ਸੰਕਲਪ ਆ, ਅਸੀਂ ਰੱਖਦੇ ਆਪਣੇ ਕੋਲ, ਅਸੀਂ ਕਿਹਨੂੰ ਕੁਝ ਕਹਿੰਦੇ ਥੋੜੀ ਕੁਛ ਹੈਗੇ। ਉਹ ਕਹਿੰਦਾ ਨਹੀਂ ਇਹ ਜੰਗ ਦਾ ਪ੍ਰਤੀਕ। ਕਹਿੰਦਾ ਫਿਰ ਜੇਠਮਲਾਨੀ ਜੀ ਆਪਣੇ ਸਵਾਲ ਦਾ ਫਿਰ ਸੁਧਾਰ ਕਰ ਲਓ, ਮੈਂ ਜਵਾਬ ਦੇਣ ਲੱਗਾ। ਕਹਿੰਦੇ ਮੈਂ ਕਰ ਲਿਆ, ਜਵਾਬ ਦਿਓ। ਕਹਿੰਦਾ ਜੇ ਜੰਗ ਦਾ ਪ੍ਰਤੀਕ, ਅਮਨ ਦਾ ਪ੍ਰਤੀਕ ਨਹੀਂ ਤੇ ਫਿਰ ਏਦਾਂ ਕਰੋ, ਜਿਹੜੀਆਂ ਆਪਾਂ ਸਰਹੱਦਾਂ ਤੇ ਆਪਣੀਆਂ ਫੌਜਾਂ ਲਾਈਆਂ ਨਾ, ਉਹ ਸਾਰੀਆਂ ਬੈਰਕਾਂ ਚ ਵਾਰਦੇ ਤੇ ਉਹ ਹਥਿਆਰ ਨੇ, ਉਹ ਜੰਗ ਦਾ ਪ੍ਰਤੀਕ ਚੰਗੀ ਤਰ੍ਹਾਂ ਅਮਨ ਹੋ ਜਾਏ। ਤੇ ਜਵਾਬ ਕੀ ਸੀਗਾ? ਕਹਿੰਦੇ ਜੀ ਸੰਤ ਜੀ ਤੁਸੀਂ ਬੜੇ ਚਲਾਕ, ਬੜੇ ਚੁਸਤ ਹੋ। ਕੁਛ ਕਹਿੰਦਾ ਚੁਸਤ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਵੀ ਹਥਿਆਰ ਸ਼ਾਂਤੀ ਦਾ ਪ੍ਰਤੀਕ ਨੇ। ਜੇ ਸਾਡੀਆਂ ਫੌਜਾਂ ਬਾਰਡਰ ਤੇ ਲੈ ਕੇ ਹਥਿਆਰ ਬੈਠੀਆਂ ਤੇ ਤਾਂ ਸ਼ਾਂਤੀ ਆ ਉੱਥੇ। ਬਿਲਕੁਲ। ਜੇ ਸਾਡੀਆਂ ਫੌਜਾਂ ਨਾ ਬੈਠੀਆਂ ਹੋਣ ਤੇ ਸ਼ਾਂਤੀ ਨਾ ਆਵੇ, ਤੇ ਆਟੋਮੈਟਿਕ ਦੂਸਰਾ ਦੇਸ਼ ਹਮਲਾ ਕਰ ਦੇਗਾ। ਬਿਲਕੁਲ। ਇਸ ਕਰਕੇ ਸਾਡੀ ਇਹ ਸਬਰ ਰੱਖੇ ਵਾਸਤੇ ਆਪਣੇ ਹਥਿਆਰ ਰੱਖਦੇ ਆ, ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ। ਹਾਂ ਸਾਡੇ ਤੇ ਕੋਈ ਅਟੈਕ ਕਰੂਗਾ ਅਸੀਂ ਜ਼ਰੂਰ ਚਲਾਵਾਂਗੇ। ਬਿਲਕੁਲ ਬਿਲਕੁਲ। ਸਾਡੇ ਗੁਰੂ ਦਾ ਇਹ ਆ ਕਿ ਚਾਰੇ ਪਾਸੇ ਸਾਰੇ ਹੀਲੇ ਤੁਹਾਡੇ ਖਤਮ ਹੋ ਜਾਣ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਸ਼ਸਤਰਧਾਰੀ ਹੋਣ ਵਾਸਤੇ ਟ੍ਰੇਨਿੰਗ ਸ਼ੁਰੂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਤੇਗ ਦੇ ਧਨੀ ਸ਼ਾਂਤੀ ਦੇ ਪੁੰਜ ਦਿੱਲੀ ਦੇ ਵਿੱਚ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਜੰਜੂ ਦੀ ਰਾਖੀ ਵਾਸਤੇ, ਚਾਹੇ ਮੁਨਕਰ ਹੋ ਜੋ, ਮੁਨਕਰ ਹੋਏ ਦਾ ਕੋਈ ਮਤਲਬ ਕੀ ਕਹੀਏ ਹੁਣ ਗੱਲਾਂ। ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਜੇ ਸ਼ਸਤਰਧਾਰੀ ਪੂਰਨ ਸਿੱਖ ਨੂੰ ਬਣਾਇਆ ਤੇ ਨਾਲ ਇੱਕ ਹੋਰ ਉਪਦੇਸ਼ ਵੀ ਦਿੱਤਾ ਹੈ ਕਿ ਸਿੱਖਾ ਇਹ ਉਦੋਂ ਕੱਢਣਾ ਹੈ, ਉਦੋਂ ਵਰਤਣਾ ਹੈ ਜਦੋਂ ਚਾਰੇ ਹੀਲੇ ਖਤਮ ਹੋ ਜਾਣ। ਚੂੰਕਾਰ ਆਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਬਸ ਅਸਤ ਬਰਦਨ ਬਾ ਸ਼ਮਸ਼ੀਰ ਦਸ। ਤੇਰੀ ਸ਼ਮਸ਼ੀਰ ਦੇ ਉੱਤੇ ਉਦੋਂ ਹੱਥ ਜਾਣਾ ਜਦੋਂ ਚਾਰੇ ਪਾਸੇ ਤੇਰੀ ਕੋਈ ਸੁਣਵਾਈ ਨਹੀਂ। ਪਰ ਗੱਲ ਇਹ ਆ ਕਿ ਮਤਲਬ ਕੱਲ ਦਾ ਦਿਨ ਕੀ ਸੀ? ਮਤਲਬ ਹਰ ਇੱਕ ਬੰਦਾ ਲੱਗਾ ਹੋਇਆ ਜੀ ਜਹੇਦਾਰ ਸਾਹਿਬ ਨੇ ਆਹ ਕਰਤਾ, ਉਹ ਕਰਤਾ, ਅਸਤੀਫੇ ਦਿਓ। ਉਹ ਸਵੇ ਝਾਤੀ ਤੇ ਮਾਰੋ ਤੁਸੀਂ। ਜਿਹੜੇ ਕਹਿੰਦੇ ਆ ਕਿ ਬੜਾ ਪੇੜ ਗਿਰਤਾ ਧਰਤੀ ਹਿਲਤੀ, ਤੁਸੀਂ ਉਹਨਾਂ ਨੂੰ ਆਪਣਾ ਪਿਓ ਮੰਨਦੇ ਹੋ, ਮਾਈ ਬਾਪ ਮੰਨਦੇ ਹੋ। ਤੁਹਾਡੀਆਂ ਹੀ ਧੀਆਂ ਭੈਣਾਂ ਨੂੰ ਉੱਥੇ ਨੰਗੀਆਂ ਕਰਕੇ ਅਗਲੇ ਨੇ ਬਲਾਤਕਾਰ ਕਰਤਾ ਜਿਹਨਾਂ ਦੀ ਔਕਾਤ ਹੀ ਕੋਈ ਨਹੀਂ। ਤੁਸੀਂ ਹੁਣ ਇਹ ਉਹੀ ਗੱਲ ਕੀਤੀ ਨਾ। ਤੇ ਹੁੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ, ਤੇ ਕਿਹਦੇ ਮਾਂ ਦੀ ਜ਼ਰੂਰਤ ਸੀ ਮਾਈ ਦੇ ਲਾਲ ਦੀ ਜਾ ਕੇ ਉਹਨਾਂ ਨੂੰ ਪੈ ਜਾਂਦਾ। ਸੋ ਗੱਲ ਹਥਿਆਰ ਨੂੰ ਬੜਾਵਾ ਦੇਣ ਦੀ ਨਹੀਂ ਗੀ, ਗੱਲ ਜਹੇਦਾਰ ਸਾਹਿਬ ਦੇ
ਜਹੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਕਿ ਉਹਨਾਂ ਨੇ ਸ਼ਾਸਤਰਧਾਰੀ ਟ੍ਰੇਨਿੰਗ ਲੈਣੀ ਗੱਤਕੇ ਦੀ ਵੀ ਆਪਣੇ ਜਿਹੜੇ ਆ ਮਾਰਸ਼ਲ ਆਰਟ ਦੇ ਨਾਲ ਇਹ ਕਿਹਾ ਕਿ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ, ਕਿਉਂ ਕਹਿਣਾ ਪਿਆ। ਅੱਜ ਦਾ ਦਿਨ ਗੁਰਤਾ ਗੱਦੀ ਦਿਵਸ, ਗੁਰੂ ਇਹ ਕੱਲ ਨੂੰ ਇਹ ਕਹਿਣਗੇ ਅਕਾਲ ਤਖਤ ਸਾਹਿਬ ਦੀ ਕੋਈ ਮਤਲਬ ਸਾਜਿਆ ਹੀ ਕੋਈ ਨਹੀਂ, ਸਵਾਲ ਹੀ ਕੋਈ ਨਹੀਂ। ਜੀ ਚਾਵਲਾ ਸਾਹਿਬ ਅਕਾਲ ਤਖਤ ਦੀ ਸਿਜਲੇ ਸਿਰਜੇ ਵਾਸਤੇ ਕੀਤੀ ਗਈ ਨਾ, ਕਿਉਂਕਿ ਅਕਾਲ ਤਖਤ ਦੀ ਸਿਜਲਾ ਕੀਤੀ ਗਈ ਸੀ ਇੱਕ ਤੇ ਉਸ ਇਕੱਠੇ ਹੋ ਕੇ ਸਾਨੂੰ ਆਪਣੇ ਸੰਕਲਪ ਲੈਣੇ ਚਾਹੀਦੇ ਸੀ, ਉੱਥੇ ਮਤੇ ਪਾਸ ਕਰਨੇ ਸੀ ਕੀ ਕਰਨੇ ਆ ਜੀ। ਅੱਜ ਵੀ ਸਾਡਾ ਸੰਕਲਪ ਚੱਲਦਾ ਹੋ, ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਿੱਖਾਂ ਨੂੰ ਹੁਣ ਜਾ ਕੇ ਮੁਗਲਾਂ ਦੀਆਂ ਕੋਟਾਂ ਦੇ ਵਿੱਚ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ। ਜੇ ਕਿਸੇ ਸਿੱਖ ਦਾ ਕੋਈ ਮਸਲਾ ਇੱਥੇ 5 ਪ੍ਰਧਾਨੀ ਮਰਿਆਦਾ ਸਾਹਿਬ ਬੈਠ ਕੇ ਮਸਲੇ ਹੱਲ ਕਰ ਲਓ ਤੇ ਮਸਲੇ ਹੱਲ ਹੁੰਦੇ ਰਹੇ। ਉੱਥੇ ਦੀਵਾਲੀ ਨੂੰ ਤੇ ਵਿਸਾਖੀ ਦੇ ਲੋਕ ਇਕੱਠੇ ਹੁੰਦੇ ਜੇ ਆਪਣੇ ਮਸਲੇ ਹੱਲ ਕਰਦੇ ਸੀ। ਅਗਲੀ ਗੱਲ, ਜਦੋਂ ਇੱਕ ਮੁਸਲਮਾਨ ਜਿਹਦੇ ਕੋਲ ਹਥਿਆਰ ਲੈਂਦੇ ਸੀ ਉਹਨੇ ਹਥਿਆਰ ਕੱਚੇ ਦੇਣੇ ਸ਼ੁਰੂ ਕਰਦੇ ਨੇ। ਜਦੋਂ ਉਹਨੂੰ ਪੁੱਛਿਆ ਗਿਆ ਕਹਿੰਦਾ ਜੀ ਹੁਕੂਮ ਦਾ ਆਰਡਰ ਆ ਤੇ ਇਹਨੂੰ ਹਥਿਆਰ ਨਹੀਂ ਦੇਣੇ। ਤੇ ਗੁਰੂ ਸਾਹਿਬ ਨੇ ਉਦੋਂ ਸਿਕਲੀਗਰ ਮੰਗਾਏ ਸੀ ਮੱਧ ਪ੍ਰਦੇਸ਼ ਤੋਂ, ਜਿਹੜੇ ਬਾਅਦ ਗੁਰੂ ਦੇ ਸਿੱਖ ਸੱਜੇ ਉਹਨਾਂ ਫਿਰ ਨਵੀਨਤਮ ਹਥਿਆਰ ਬਣਾ ਦਿੱਤੇ ਗੁਰੂ ਸਾਹਿਬ ਨੇ। ਉਹਨਾਂ ਦੀ ਅਸੀਂ ਲੋਚਨਾ ਕਰੀ ਵੀ ਕਿਉਂ ਨਹੀਂ ਕਰਦੇ, ਅਸੀਂ ਗੁਰੂ ਸਾਹਿਬ ਜੀ ਵੀ ਗਲਤ ਕੀਤਾ ਉਹਨਾਂ ਨੇ, ਉਦੋਂ ਵੀ ਹਕੂਮਤ ਦੀ ਉਲੰਘਣਾ ਕੀਤੀ ਉਹਨਾਂ ਦੀ। ਜਥੇਦਾਰ ਸਾਹਿਬ ਦੀ ਜਿਹੜੀ ਗੱਲ ਕਰਦੇ ਅਸੀਂ ਜਿਹਦੀ ਸਪੋਰਟ ਕਰਦੇ ਉਹਨਾਂ ਦੇ ਕੱਲ ਦੇ ਸੰਕਲਪ ਜੋ ਬਿਆਨ ਦਿੱਤਾ ਉਹਨਾਂ ਠੀਕ ਦਿੱਤਾ, ਮਰਿਆਦਾ ਅਨੁਸਾਰ ਦਿੱਤਾ, ਸਿਧਾਂਤ ਅਨੁਸਾਰ ਦਿੱਤਾ। ਤੁਹਾਡੇ ਕੋਲ ਹੋਵੇ ਨਹੀਂ ਕਿਹਾ ਵੀ ਨਜਾਇਜ਼ ਹਥਿਆਰ ਰੱਖਿਓ, ਤੁਹਾਡੇ ਕੋਲ ਹੋਵੇ ਸ੍ਰੀ ਸਾਹਿਬ ਤੇ ਤੁਹਾਡੇ ਕੋਲ ਹੋਵੇ ਡਾਂਗ, ਅਗਲੇ ਕੋ ਹੋਵੇ ਬਰਸਟ ਮਾਰਨ ਵਾਲੀ ਤੇ ਤੁਹਾਡਾ ਸਾਰਾ ਖਾਨਦਾਨ ਤਬਾਹ ਕਰਕੇ ਉਹ ਜਾਂਦਾ ਹੋਵੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਗਲੀ 'ਚ ਲੰਘਣ ਲੱਗਾ ਕੁੱਤੇ ਤੋਂ ਡਰਦੇ ਹੋ, ਉਹਦੀ ਸੋਟੀ ਫੜਦੇ, ਉਹ ਵੀ ਤੇ ਹਥਿਆਰ ਹੀ ਆ, ਕੁੱਤੇ ਦਾ ਤਾਂ ਕੰਮ ਆ ਵੱਢਣਾ। ਜਿਹੜੀ ਤੁਸੀਂ ਡਾਂਗ ਦੀ ਗੱਲ ਕੀਤੀ ਹੈ ਜੀ, ਇਤਿਹਾਸ ਦੇ ਪੰਨਿਆਂ ਤੋਂ ਬਾਬਾ ਨਾਨਕ ਜਦੋਂ ਜਾਂਦਾ ਸੀ ਆਪਣੇ ਉਦਾਸੀਆਂ ਤੇ, ਹਾਂਜੀ, ਉਹਨਾਂ ਦੇ ਕੋਲ ਵੀ ਆਸਾ ਹੱਥ ਤੇ ਕਿਤਾਬ ਕੱਚ ਜਾ, ਬਸ ਆਸਾ ਹੱਥ ਤੇ ਆਸਾ ਜਿਹੜੀ ਡਾਂਗ ਉਹ ਹੱਥ 'ਚ ਹੁੰਦੀ ਸੀ, ਕਿਤਾਬ ਕੱਚ ਬਸ। ਚਲੋ ਇਹ ਸਾਡੇ ਜਿਹੜੇ ਬੁੱਧੀਜੀਵੀ ਬੈਠੇ ਆ ਨਾ ਸੋਸ਼ਲ ਨੈਟਵਰਕ ਮੀਡੀਆ ਤੇ ਬੜੇ ਬੜੇ ਫਰਮਾਨ ਜਾਰੀ ਕਰਨ ਵਾਲੇ, ਪਤਾ ਹੀ ਕੋਈ ਨਹੀਂ ਕੱਲ ਦਾ ਦਿਨ ਕੀ ਸੀ। ਪੋਲੀਟੀਕਲ ਬੰਦਿਆਂ ਨੂੰ ਅਸੀਂ ਰੋਕ ਨਹੀਂ ਸਕਦੇ, ਉਹ ਜੋ ਮਰਜ਼ੀ ਕਹੀ ਜਾਵੇ, ਮੁੱਖ ਮੰਤਰੀ ਭਗਵੰਤ ਮਾਨ ਜੋ ਮਰਜ਼ੀ ਕਹੀ ਜਾਵੇ, ਹਰਜੀਤ ਕਰੇ ਜੋ ਮਰਜ਼ੀ ਕਰੀ ਜਾਵੇ, ਲੇਕਿਨ ਜੋ ਜੈਸਰ ਨੇ ਬਿਆਨ ਦਿੱਤਾ ਉਹਨਾਂ ਮੈਂ 100% ਸਹਿਮਤ ਹਾਂ। ਕੱਲ ਬਣਦਾ ਸੀ ਬਿਆਨ ਨੂੰ ਦੇਣਾ, ਗੁਰੂ ਸਾਹਿਬ ਦੇ ਸੰਕਲਪ ਨੂੰ ਦੁਹਰਾਉਣਾ ਚਾਹੀਦਾ ਸੀ ਤਾਂ ਕਿ ਸਾਡੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬ ਨੇ ਕੀ ਕੀਤਾ ਸੀਗਾ। ਜਿੱਥੇ ਅਸੀਂ ਜਹੇਦਾਰ ਸਾਹਿਬ ਦੇ ਕੀਤੇ ਹੋਏ ਬਿਆਨਾਂ ਦੇ ਉਹੋ ਜਿਹੇ ਬਿਆਨਾਂ ਤੇ ਕ੍ਰਿਟਿਸਾਈਜ਼ ਕਰਦੇ ਹਾਂ। ਅੱਜ ਇਹ ਹੈ ਕਿ ਜੇ ਉਹਨਾਂ ਨੇ ਮਾੜਾ ਮੋਟਾ ਇਹੋ ਜਿਹਾ ਕਰਦੇ ਠੋਕ ਕੇ ਕਰਦੇ ਆ, ਕਿਹੜੀ ਗੱਲ ਹੈ। 1994 ਦੇ ਜਦੋਂ ਸਰਦਾਰ ਬੂਟਾ ਸਿੰਘ ਪੇਸ਼ ਹੋਏ ਕਾਲ ਤੱਕ, ਉਦੋਂ ਕੀ ਹੋਇਆ ਸੀ? ਜਦੋਂ ਪੇਸ਼ ਹੋਏ ਤੇ ਪੂਰਾ ਜਲੀਲ ਕੀਤਾ ਇਹਨਾਂ ਨੂੰ, ਉਹਨਾਂ ਕੋਈ ਗੱਲ ਨਹੀਂ ਜੋ ਮਰਜ਼ੀ ਕਰ ਲਓ, ਤਨਖਾਹ ਵੀ ਲਾਤੀ 5 ਤਖਤਾਂ ਦੀ, ਇੰਨੇ ਦਿਨ ਇੱਥੇ ਕਰੇਗਾ ਇੰਨੇ ਦਿਨ ਕਰੇਗਾ। ਉਹ ਜਾਂਦਾ ਰਿਹਾ ਤਨਖਾਹ ਪੂਰੀ ਕਰਕੇ ਆਇਆ, ਉਹ ਵਾਪਸ ਆਇਆ, ਉਹਨੇ ਫਿਰ 10 ਵਜੇ ਪਹੁੰਚ ਆਇਆ ਤੇ ਵੇਖੋ ਗੁਰੂ ਦੀ ਕਿਰਪਾ ਮਿਨਿਸਟਰੀ ਫਿਰ ਮਿਲ ਗਈ ਉਹਨੂੰ ਸੁਣਾ। ਚਲੋ ਆਪਾਂ ਅਗਲੀ ਗੱਲ ਕਰਦੇ ਉਸ ਟਾਈਮ ਤੇ ਕੀ ਕੀਤਾ ਸੀਗਾ। ਅੱਛਾ ਜਿਹੜੇ ਸਾਹਿਬ ਆ ਕਾਲ ਲੈਣੀ ਬੜੀ ਜ਼ਰੂਰੀ ਆ, ਅਨਨੋਨ ਨੰਬਰ ਆ, ਇਹਨਾਂ ਕਹਿਣ ਕੇ ਮੁੜ ਕੇ ਕਾਲ ਨਹੀਂ ਲਈ, ਸ਼ਾਇਦ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਅਨਅਵੇਲੇਬਲ ਲਿਖਿਆ ਆ ਰਿਹਾ। ਹਾਂਜੀ ਵੈਲਕਮ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹ ਅਨਅਵੇਲੇਬਲ ਕਿਵੇਂ ਹੋ ਗਿਆ ਜੀ? ਆਈ ਹੈਵ ਨੋ ਆਈਡੀਆ। ਵਿਰਕ ਸਾਹਿਬ ਹੋਲਡ ਰੱਖਿਓ, ਇੱਕ ਮਿੰਟ ਹੋਲਡ ਰੱਖਿਓ। ਨਹੀਂ ਅੱਜ ਤੁਹਾਡਾ ਅਨਅਵੇਲੇ ਮੈਂ ਇਸ ਕਰਕੇ ਪਹਿਲ ਦੇ ਆਧਾਰ ਤੇ ਲਿਆ, ਅਗਲੀ ਕਾਲ ਦੇਖ ਲੈਣੇ ਕੌਣ ਨੇ। ਹੈਲੋ ਹੋਲਡ ਰੱਖਿਓ ਵਿਰਕ ਸਾਹਿਬ ਤੁਸੀਂ। ਹੈਲੋ ਹਾਂਜੀ ਚਾਵਲਾ ਸਾਹਿਬ ਤੇ ਪੱਟੀ ਸਾਹਿਬ ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ ਜੀ। ਅਰਜ਼ ਇਹ ਹੈ ਵੀ ਜਦੋਂ ਭਾਰਤੀ ਜਨਤਾ ਪਾਰਟੀ ਜਾਂ RSS ਕਹਿ ਲੋ, ਗੱਲ ਇੱਕੋ ਹੀ ਹੈ ਤੇ ਇਹਨਾਂ ਨੇ ਹਜ਼ਾਰਾਂ ਹੀ ਨੌਜਵਾਨ ਜਿਹੜੇ ਹੈ ਉਹ ਤਿਆਰ ਕੀਤੇ ਆ, ਉਹਨਾਂ ਨੂੰ ਜਿਵੇਂ ਚਾਵਲਾ ਸਾਹਿਬ ਤੁਸੀਂ ਕਿਹਾ, ਦੇਖੋ ਜੇ ਸਿੱਖ ਨੇ ਹਥਿਆਰ ਲੈ ਲਿਆ, ਉਹ ਹਥਿਆਰ ਆਪਦੀ ਰਾਖੀ ਵਾਸਤੇ ਤੇ ਜਿਹੜੇ ਹੋਰ ਬੇਆਸਰਾ ਲੋਕ ਨੇ, ਮਜ਼ਲੂਮ ਲੋਕ ਆ, ਉਹਨਾਂ ਦੀ ਰਾਖੀ ਵਾਸਤੇ ਸਿੱਖ ਅੱਜ ਤੱਕ ਸਭ ਨੂੰ ਪਤਾ ਹੈ, ਚਾਹੇ ਧਰਮ ਕਿਸੇ ਦਾ ਕੋਈ ਹੋਵੇ, ਜੇ ਉਹ ਮਜ਼ਲੂਮ ਹੈ, ਜੇ ਉਹ ਬੇਆਸਰਾ ਹੈ, ਉਹਦੀ ਰਾਖੀ ਕਰਦਾ ਆਇਆ, ਕਰਦਾ ਰਹੂਗਾ। ਬੇਗੁਨਾਹ ਨੂੰ ਕਦੇ ਵੀ ਉਹ ਮਾਰੇਗਾ ਨਹੀਂ ਸਿੱਖ, ਪਰ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਤੁਸੀਂ ਇਹ ਗੱਲ ਕਹਿਤੀ, ਜਹੇਦਾਰ ਸਾਹਿਬ ਮੈਂ ਗੱਲ ਹੋਰ ਵੀ ਕੀਤੀ ਸੀ, ਮੈਂ ਕਿਹਾ ਸੀ ਕਿ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡਾ ਇਤਿਹਾਸ ਨਹੀਂ ਸ਼ਾਇਦ ਜਾਣਦੇ, ਜਿਹੜੇ ਜਾਣਦੇ ਉਹ ਜਾਣ ਬੁੱਝ ਕੇ ਅੱਜ ਪਤਾ ਨਹੀਂ
ਕਿ ਉਹ ਚਲੋ ਤਾਏ ਦੀ ਧੀ ਚੱਲੀ ਮੈਂ ਕੋ ਰਵਾਂ ਕੱਲੀ ਉਹ ਜਿਹਦੇ- ਸਭਾ ਥੋੜਾ ਹੈ ਇਸੇ ਮੈਨੂੰ ਪਤਾ ਸੀ ਅੱਜ ਇਸੇ ਸਵਾਲ ਤੇ ਪੱਟੀ ਸਾਹਿਬ ਨਾਲ ਗੱਲ ਹੋਣੀ ਹੈ ਪਰ ਸਵੇਰੇ ਉੱਠਦੇ ਆਪਾਂ ਦੂਜੇ ਸਵਾਲ ਤੇ ਕਰਾਂਗੇ ਗੱਲ ਇਹ ਹੈ ਕਿ ਸਿੰਘ ਨਹੀਂ ਲੱਗਦਾ ਉਹ ਭਗਵੰਤ ਦੀ ਗੱਲ ਮੈਂ ਕਰਦਾ ਉਹ ਕਹਿ ਰਿਹਾ ਉਹਨੂੰ ਇਹ ਪਤਾ ਹੀ ਨਹੀਂ ਇਤਿਹਾਸ ਦਾ ਤੇ ਗੱਲ ਕਿੱਥੇ ਹੈ। ਵੇਖੋ ਉਸ ਵਕਤ ਜਦੋਂ ਜ਼ਕਰੀਆ ਖਾਨ ਨੇ ਢੰਡੋਰੀ ਪਟਾਈ ਤੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਕਿਹੜੇ ਮਾਰੂ ਹਥਿਆਰ ਸੀ ਡਾਂਗਾ ਹੀ ਸੀ ਡਾਂਗਾ ਹੀ ਸੀ ਪਰ ਦੂਜੇ ਪਾਸੇ ਅਗਲਿਆਂ ਕੋ ਵੀ ਡਾਂਗਾ ਹੀ ਸੀ ਬਿਲਕੁਲ ਬਿਲਕੁਲ ਇਹ ਠੀਕ ਹੈ। ਅੱਛਾ ਅਗਲਿਆਂ ਕੋ ਵੀ ਡਾਂਗਾ ਸੀ ਅੱਛਾ ਉਦੋਂ ਬਾਅਦ ਹਜੂਮ ਆਉਂਦਾ ਭੁੰਡਾਂ ਦੀ ਖੱਖਰ ਆਉਂਦੀ ਹੈ ਅਹਿਮਦ ਸ਼ਾਹ ਬਦਾਲੀ ਵਰਗੇ ਆਉਂਦੇ ਨੇ ਮਾਰੂ ਹਥਿਆਰ ਨੇ ਉਹਨਾਂ ਕੋ ਸਾਡਾ ਦੇਸ਼ ਦਾ ਸਰਮਾਇਆ ਲੁੱਟ ਕੇ ਜਾਂਦੇ ਨੇ ਉਦੋਂ ਇੱਕ ਦੋਹਰਾ ਪੜਿਆ ਜਾਂਦਾ ਸੀ ਸ਼ਈ 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 ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕੱਛ ਵਾਲਿਆ ਗਈ 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 ਰਨ ਬਸਰੇ ਨੂੰ ਗਈ ਡਾਂਗ ਵਾਲਾ ਕਿਹਨੂੰ ਕਹਿੰਦੇ ਸੀ ਨਿਹੰਗ ਸਿੰਘ ਕਸ਼ਹਿਰਾ ਕਿਹਨੂੰ ਕਹਿੰਦੇ ਸੀ ਮਤਲਬ ਜਿਹਨਾਂ ਨੇ ਘੋੜਿਆਂ ਦੀ ਕਾਠੀਆਂ ਤੇ ਬਹਿ ਕੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਨ ਵਾਲੇ ਉਹਨਾਂ ਭੁੰਡਾਂ ਦੀ ਖੱਖਰ ਨੂੰ ਡਾਂਗ ਦਾ ਮੁਕਾਬਲਾ ਡਾਂਗ ਨਾਲ ਕੀਤਾ ਅੱਜ ਡਾਂਗ ਦਾ ਮੁਕਾਬਲਾ ਮਾਰੂ ਹਥਿਆਰ ਨਾਲ ਹੋ ਜੂ ਜੀ ਦੱਸੋ ਮੈਨੂੰ ਤੁਸੀਂ ਜਿੱਦਾਂ ਮਰਜ਼ੀ ਮਹਾਬਲੀ ਹੋਵੇ ਬਿਲਕੁਲ ਨਹੀਂ ਹੋ ਸਕਦਾ ਗੱਲਾਂ ਤੇ ਕਰਦੇ ਨੇ ਸੋਸ਼ਲ ਨੈਟਵਰਕ ਮੀਡੀਆ ਦੇ ਲੋਕ ਬੈਠੇ ਪਰ ਉਹ ਅਕਲ ਦੀ ਉਹ ਨਹੀਂ ਉਹ ਜੇ ਉਹਨਾਂ ਨੇ ਇਹ ਥੋੜੀ ਕਿਹਾ ਕਿ ਬੱਚਾ ਪੜ੍ਹੇ ਨਾ ਸਿਰਫ ਇਸ ਪਾਸੇ ਨੂੰ ਤੁਰ ਪਏ ਜਥੇਦਾਰ ਸਾਹਿਬ ਨੇ ਠੀਕ ਫਰਮਾਇਆ ਇਹਦੇ 'ਚ ਕੋਈ ਸ਼ੱਕ ਨਹੀਂ ਅੱਜ ਹੀ ਤਾਂ ਉਹਨਾਂ ਨੇ ਚੱਜ ਦੀ ਗੱਲ ਕੀਤੀ ਹੈ ਨਹੀਂ ਤਾਂ ਬਾਦਲ ਜੋ ਕਹਿੰਦੇ ਸੀ ਉਹ ਕਰੀ ਗਏ ਨੇ ਜੀ ਅੱਛਾ ਵਿਰਕ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਇਹਦੇ ਬਾਰੇ ਕੀ ਕਹਿਣਾ ਜੀ ਹਥਿਆਰ ਬਿਨਾਂ ਤੇ ਪੰਜਾਬੀਆਂ ਨੂੰ ਸਰਿਆ ਨਹੀਂ ਤੇ ਖਾਸ ਕਰਕੇ ਸਿੱਖਾਂ ਨੂੰ ਜਦੋਂ ਉਹਨੇ ਜਨਮ ਲਿਆ ਹਥਿਆਰ ਇਹਦੇ ਨਾਲ ਹੀ ਜੰਮਿਆ ਬਿਲਕੁਲ 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 ਅੱਛਾ ਹੁਣ ਮੈਂ ਆਪਣੇ ਸਵਾਲ ਤੇ ਆਵਾਂ ਹਾਂ ਜੀ ਕਰੋ ਪੱਟੀ ਸਾਹਿਬ ਜੀ 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 ਪਹਿਲਾਂ ਤੇ ਸੁਖਵੀਰ ਬਾਦਲ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸ਼ਾਇਦ ਰਿਵਾਈਵ ਹੋ ਜਾਵਾਂ ਮੇਰਾ ਕੁਝ ਸੀਟਾਂ 4 ਆ ਜਾਣ ਉੱਥੋਂ ਫੇਲ ਹੋ ਗਿਆ ਬੁਰੀ ਤਰ੍ਹਾਂ ਜੀ ਪਰ ਇਹਨਾਂ ਦਾ ਜੇ ਪੋਲੀਟੀਕਲ ਕੈਰੀਅਰ ਦੇਖੋ 10 ਸਾਲੇ ਡਿਪਟੀ ਸੀਐਮ ਵੀ ਰਹੇ ਇਹਨਾਂ ਨੇ ਕੋਈ ਵੀ ਕੰਮ ਜਿਹੜਾ ਕੰਮ ਦਾ ਨਹੀਂ ਕੀਤਾ ਜਿਹੜਾ ਕਿ ਦੇਸ਼ ਨੂੰ ਕੌਮ ਨੂੰ ਪੰਥ ਨੂੰ ਤੇ ਜਾਂ ਆਪਣੇ ਪਰਿਵਾਰ ਤੋਂ ਬਿਨਾ ਜਿਹੜਾ ਕੋਈ ਕੀਤਾ ਹੋਵੇ ਜਿਹੜਾ ਦੁਨੀਆ ਯਾਦ ਰੱਖੇ ਵੀ ਆ ਬੜਾ ਵਧੀਆ ਕੰਮ ਕੀਤਾ ਤੇ ਫਜ਼ੂਲ ਖਰਚੀ ਜ਼ਿਆਦਾ ਕੀਤੀਆਂ ਹੁਣ ਇਹਨਾਂ ਨੂੰ ਉਸੇ ਚੀਜ਼ ਨੂੰ ਪੰਥਕ ਮੁੱਦੇ ਜਿਹੜੇ ਸਿਰ ਤੇ ਰਾਜ ਕਰਦੇ ਸੀ ਪੰਥਕ ਮੁੱਦੇ ਨੂੰ ਚੁੱਕ ਕੇ ਤੇ ਆਹ ਕੰਮ ਕੀਤਾ ਸੀ ਤੇ ਇਸ ਮੁੱਦੇ ਦੇ ਵਿੱਚ ਵੀ ਇੰਨੀ ਬੇਇੱਜ਼ਤੀ ਹੋਈ ਹੈ ਮੇਰਾ ਖਿਆਲ ਜਦੋਂ ਦਾਦੋਵਾਲ ਨੇ ਕਿਹਾ ਸੀ ਉਦੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਉਦੋਂ ਬਾਅਦ ਕਾਲਕਾ ਜੀ ਨੇ ਕਹਿ ਦਿੱਤਾ ਅੱਜ ਢੀਂਡਸਾ ਸਾਹਿਬ ਨੇ ਕਹਿ ਦਿੱਤਾ ਹੁਣ ਕਿੰਨੇ ਕੁ ਬੰਦੇ ਰਹਿ ਗਏ ਜਿਨ੍ਹਾਂ ਨੂੰ ਹਾਲੇ ਸੁਣਦੇ ਰਹਿਣਗੇ ਤੇ ਰਿਜ਼ਾਈਨ ਨਹੀਂ ਕਰਦੇ ਆਪੇ ਠੀਕ ਹੈ ਵੀ ਤੁਸੀਂ ਸਾਈਡ ਤੋਂ ਹੋ ਜਾਓ ਤੁਸੀਂ ਆਪਣੇ ਇਹਨਾਂ ਨੂੰ ਸਲਾਹ ਆਪਣੇ ਫਾਦਰ ਸਾਹਿਬ ਤੋਂ ਲੈ ਲੈਣੀ ਚਾਹੀਦੀ ਵੀ ਤੁਸੀਂ ਜਦੋਂ ਆਪਣਾ ਰਾਜ ਸੀ ਉਦੋਂ ਤੇ ਤੁਸੀਂ ਇਹਨਾਂ ਨੂੰ ਕਹਿੰਦੇ ਰਹੇ ਖਤਰਨਾਕ ਆਤੰਕਵਾਦੀ ਖਤਰਨਾਕ ਵੱਖਵਾਦੀ ਸਾਡੇ ਲਈ ਖਤਰਾ ਹੈ ਸਾਡੇ ਦੇਸ਼ ਲਈ ਸੂਬੇ ਲਈ ਖਤਰਾ ਹੈ ਤੇ ਤੁਸੀਂ ਠੁਮਕੇ ਲਵਾਉਂਦੇ ਰਹੇ ਲਿਆ ਕੇ ਉਤੋਂ ਮੁੰਬਈ ਦੀਆਂ ਜਿਹੜੀਆਂ ਨੇ ਫਿਲਮੀ ਡਾਂਸਰਾਂ ਦੇ ਕੋਲੋਂ ਤੇ ਉਹਨਾਂ ਨੂੰ ਕਰੋੜਾਂ ਰੁਪਇਆ ਦੇ ਛੱਡਿਆ ਚਾਵਲਾ ਸਾਹਿਬ ਇਹਨਾਂ ਦੇ ਚੀਫ ਸੈਕਟਰੀ ਨੇ ਲਿਖ ਕੇ ਦਿੱਤਾ ਸੀ ਹੀ ਇਜ਼ ਅ ਡ੍ਰੈਡਡ ਟੈਰਰਿਸਟ ਹਾਂ ਤੇ ਹੁਣ ਤੁਹਾਨੂੰ ਆਜ਼ਾਦ ਆ ਰਹੇ ਨੇ ਪਰ ਤੁਸੀਂ ਡਿਪਟੀ ਸੀਐਮ ਸੀ ਉਦੋਂ ਦੀ ਗੱਲ ਹੈ ਬਿਲਕੁਲ ਸਹੀ ਗੱਲ ਆ ਤੁਸੀਂ ਸਹੀ ਕਹਿ ਰਹੇ ਬਹੁਤ ਮਿਹਰਬਾਨੀ ਥੈਂਕ ਯੂ ਜੀ ਹਾਂ ਜੀ ਜੀ ਮੈਂ ਦੋ ਗੱਲਾਂ ਕਹੂੰਗੀ ਜੀ ਇੱਕ ਤੇ ਖਾਲਸਾ ਜਿਹੜੇ ਪਹਿਲਾਂ ਆਏ ਸੀ ਉਹ ਆਰਮੀ ਚ ਰਿਟਾਇਰ ਤੇ ਬੜੇ ਵੱਡੇ ਪੰਜਾਬ ਦੇ ਅਫਸਰ ਰਿਟਾਇਰ ਹੋਏ ਅੱਛਾ ਜੀ ਬਕਾਇਆ ਤੌਰ ਤੇ ਸਿੱਖ ਨਹੀਂ ਪੰਜਾਬ ਚਿੰਤਕ ਨੇ ਵੀ ਪੰਜਾਬ ਤਰੱਕੀ ਕਰਨਾ ਚਾਹੀਦਾ ਤੁਹਾਡੇ ਇੱਥੇ ਕੈਨੇਡਾ 'ਚ ਬੈਠੇ ਨੇ ਉਹ ਹਮੇਸ਼ਾ ਹੀ ਮੇਰੀ ਆਫ ਦੀ ਇਹ ਵੀ ਗੱਲ ਹੁੰਦੀ ਨਹੀਂ ਗਈ ਤੁਸੀਂ ਆਏ ਹੋ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਤੋਂ ਆਉਂਦੇ ਰਹੇ ਹੋ ਜੀ 7-6 ਗੱਲ ਕਰ ਲਗਾ ਜਿਹੜੀ ਗੱਲ ਕੀਤੀ ਵੇਖੋ ਵਿਰਕ ਸਾਹਿਬ ਮੈਨੂੰ ਤੁਸੀਂ ਇੱਕ ਗੱਲ ਦੱਸ ਦਿਓ ਕਿ ਅੱਜ ਇਲੈਕਸ਼ਨ ਹੋਈ ਨੂੰ 3 ਮਹੀਨੇ ਹੋ ਗਏ 3 ਮਹੀਨੇ ਤੋਂ ਪਹਿਲਾਂ 2017 ਦੇ ਵਿੱਚ ਅਕਾਲੀ ਦਲ ਬੜੀ ਬੁਰੀ ਤਰ੍ਹਾਂ ਹਾਰਿਆ ਤੁਹਾਡੇ ਸਾਹਮਣੇ 5 ਸਾਲ ਉਹ ਲੈ ਦੋ ਤੇ 3 ਮਹੀਨਿਆਂ ਲੈ 5 ਸਾਲ ਤੇ 3 ਮਹੀਨੇ ਹੋ ਗਏ ਅੱਜ ਤੱਕ ਜਿਹੜੇ ਬੰਦੇ ਕਹਿੰਦੇ ਸੁਖਬੀਰ ਬਾਦਲ ਆ ਜਾਈਂ ਕੇ ਨਿਕਲ ਜਾਣਾ ਚਾਹੀਦਾ ਵਾ ਇੱਕ ਵੀ ਉਹਦਾ ਜ਼ਿਲ੍ਹਾ ਜਥੇਦਾਰ ਇੱਕ ਵੀ ਉਹਦਾ ਸਰਕਲ ਜਿਹੜਾ ਤੋੜ ਸਕੇ ਤੱਕ ਇਹਦਾ ਮਤਲਬ ਕੌਮ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਅੱਜ ਕਿਉਂ ਜਿਹੜੇ ਵੱਡੇ ਅਕਾਲੀ ਆਗੂ ਨੇ ਉਹ ਰੌਲਾ ਤਾਂ ਪਾਉਂਦੇ ਅੰਦਰ ਖੱਪ ਅੰਦਰ ਲੱਗੇ ਬਾਹਰ ਕੋਈ ਗੱਲ ਨਹੀਂ ਕਰਦੇ ਪਤਾ ਵਾ ਮੈਂ ਕੱਲਾ ਨਾ ਰਹਿ ਜਾ ਕੇ ਅੱਗੇ ਹੁੰਦਾ ਸੀ ਜਦੋਂ
ਮਾਨਯੋਗ ਸਾਡੇ ਤਲਵੰਡੀ ਸਾਹਿਬ ਸੰਧ ਪ੍ਰਧਾਨ ਬਣੇ, ਇਹਨਾਂ ਨੂੰ ਤਲਬ ਕੀਤਾ ਸੀ, ਅਕਾਲ ਤਖਤ ਤੇ ਨਹੀਂ ਗਏ। ਅੰਬਾਲੇ ਦੇ ਵਿੱਚ ਇੱਕ ਕਾਨਫਰੰਸ ਕਾਲੀ ਹੋਈ ਸੀ ਤੇ ਲੋਕਾਂ ਨੇ ਬੋਲਣ ਦੇ ਸਟੇਜ ਤੇ ਪਹਿਲਾਂ ਅਕਾਲ ਤਖਤ ਤੇ ਪੇਸ਼ ਹੋ ਗਿਆ। ਅੱਜ ਹੈਗੀ ਇਹੋ ਜਿਹੀ ਗੱਲ ਕੋਈ? ਬਿਲਕੁਲ ਬਿਲਕੁਲ। ਗੱਲ ਸਿਰਫ ਇਹ ਨਹੀਂ ਉਹ ਰਿਜ਼ਾਈਨ ਕਰੇ ਨਾ ਕਰੇ, ਗੱਲ ਨਹੀਂ। ਗੱਲ ਸਿਰਫ ਇਹ ਆ ਵੀ ਮੁੱਦਾ ਤਾਂ ਜਿਹੜੀਆਂ ਕੁਤਾਹੀਆਂ ਹੋਈਆਂ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ, ਕੁਤਾਹੀਆਂ ਹੋਈਆਂ ਨੇ, ਪਿੱਛੇ ਬਰਗਾੜੀ ਦੀ ਹੋਈਆਂ ਨੇ, ਤਾਂ ਕੁਤਾਹੀਆਂ ਹੋਈਆਂ ਨੇ। ਅੱਜ ਮੁੱਦਾ ਸਿਰਫ ਸੀ ਬੰਦੀ ਸਿੰਘਾਂ ਦੇ ਰਿਹਾਇਸ਼ ਦੇ ਦੇਰ ਨਾ ਆਏ ਤੇ ਦਰੁਸਤ ਆਏ। ਤੁਸੀਂ ਆਓ ਇਕੱਠੇ ਹੋ, ਚੱਲੀ ਇਸੇ ਸਰਕਾਰ ਕੋ ਕੀ ਕਹਿੰਦੀ ਸਾਨੂੰ? ਤੇ ਜੇ ਪਹਿਲੇ ਤੁਸੀਂ ਖਲਾਰਾ ਪਾਤਾ, ਜੇ ਕਾਲਕੇ ਦੀ ਤੁਸੀਂ ਗੱਲ ਕਰੋ, ਕਾਲਕੇ ਦੇ ਫਾਦਰ ਨੇ ਜਸਵੰਤ ਸਿੰਘ ਨੇ ਬਕਾਇਦਾ ਤੌਰ ਤੇ ਦਿੱਲੀ 'ਚ ਇਕੱਠ ਕੀਤਾ ਸੀ, ਸਾਕਾ ਨੀਲਾ ਤਖਤ ਤੋਂ ਬਾਅਦ ਕਿਹਾ ਸੀ ਇੰਦਰਾ ਨੇ ਠੀਕ ਕੀਤਾ ਅਕਾਲ ਤਖਤ ਤੇ ਬੁਲਾ ਕਰਕੇ। ਉਹ ਕਿਵੇਂ ਗੱਲ ਕਰ ਸਕਦਾ ਇਹੋ ਜਿਹੀ? ਬਾਬੇ ਦਾਦੂ ਵਾਲੀ 'ਚ ਕੌਣ ਬੋਲਦਾ ਵਾ, ਤੁਹਾਨੂੰ ਪਤਾ ਹੀ ਹੈ। ਉਹਦੀ ਪ੍ਰਧਾਨਗੀ ਹਰਿਆਣਾ ਕਮੇਟੀ ਦੀ ਕਿਵੇਂ ਕਾਇਮ ਉੱਥੇ? ਬਿਲਕੁਲ। ਉਦੋਂ ਜੋ ਸਰਨੇ ਨੇ ਕਿਹਾ, ਪਰਮੀ ਸਰ ਨੇ ਕਿਹਾ ਬਾਬਾ ਜੀ ਆ ਚਿੱਠੀ ਇਦਾਂ ਨਾ ਦਿਓ, ਪੜ੍ਹ ਕੇ ਸੁਣਾਓ। ਤੂੰ ਕਿਉਂ ਨਹੀਂ ਪੜ੍ਹ ਕੇ ਸੁਣਾਈ? ਫਿਰ ਮੇਰਾ ਕਹਿਣ ਤੋਂ ਭਾਵ ਵੀ ਇਸ ਵੇਲੇ ਮੁੱਦਾ ਇਹ ਨਹੀਂ, ਮੁੱਦਾ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਦਾ ਵਾ। ਜੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਾਡਾ ਕੋਈ ਵੀ ਸਾਥ ਦਿੰਦਾ, ਉਹਦਾ ਸਾਥ ਲੈ ਲੈਣਾ ਚਾਹੀਦਾ। ਇੱਕੋ ਗੱਲ ਨਹੀਂ, ਢੀਂਡਸਾ ਸਾਹਿਬ ਨੂੰ ਤਾਂ ਪਤਾ ਜੀ, ਮੈਨੂੰ ਨਾਲ ਨਹੀਂ ਲਿਆ, ਕੋਈ ਗੱਲ ਨਹੀਂ। ਚਲੋ ਬਾਦਲ ਸਾਹਿਬ, ਸੁਖਬੀਰ ਬਾਦਲ ਇਹ ਮਾਫੀ ਮੰਗ ਲਵੇ ਵੀ ਉਸ ਵਕਤ ਸਾਡੇ ਜਿਹੜੇ ਬਿਆਨ ਨੇ ਅਸੀਂ ਵਾਪਸ ਲੈਨੇ ਆ, ਮਤਲਬ ਕੋਈ ਇਸ ਤਰ੍ਹਾਂ ਦੀ ਗੋਲਮਿਲ ਕਰ ਲੈਣ। ਬਥੇਰੇ ਬੈਠੇ ਨੇ ਇਹਨਾਂ ਕੋਲੋਂ ਮਤਲਬ ਸਲਾਹਕਾਰ। ਵੇਖੋ ਮੈਂ ਤੁਹਾਨੂੰ ਦੱਸਾਂਗਾ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਿਲਕੁਲ ਠੀਕ, ਲੇਕਿਨ ਮਾਫੀ ਮੰਗੀ ਆ, ਲੇਕਿਨ ਪਰੰਪਰਾਗਤ ਤਰੀਕੇ ਨਾਲ ਨਹੀਂ ਮੰਗੀ। ਬਸ ਚਾਹੀਦਾ ਇਹ ਸੀ ਦੋਵੇਂ ਪਿਓ ਪੁੱਤ ਹੱਥ ਜੋੜ ਕੇ ਅਕਾਲ ਤਖਤ ਦੇ ਜਥੇਦਾਰ ਪੇਸ਼ੈਂਟ ਕੋਈ ਗਲਤੀ ਹੋਈ ਜੀ, ਬਸ ਮਾਫੀ ਦੇ ਦਿਓ। ਬਸ ਜੋ ਵੀ ਹੋਈਆਂ ਨੇ, ਖੰਡ ਪਾਠ ਕਰੋ, 4 ਦਿਨ ਭਾਂਡੇ ਮਾਂਜੋ, ਠੀਕ ਹੋ ਜੂਗਾ। ਜੋ ਵੀ ਹੋਈਆਂ ਅਣਜਾਣੇ ਚ ਹੋਈਆਂ ਨੇ। ਹਾਂ, ਭਾਂਡੇ ਮਾਂਜੋ, ਜੁੱਤੀਆਂ ਸਾਫ਼ ਕਰ ਦੋ, ਕਿਤੇ ਰਨਿੰਗ ਸ਼ੂ ਨਾ ਸਾਫ਼ ਕਰਿਓ, ਮਤਲਬ ਭਾਂਡੇ ਮਾਂਜ ਲਓ, ਉੱਥੇ ਕੋਈ ਫਰਕ ਨਹੀਂ ਪੈਣ ਲੱਗਾ ਤੁਹਾਡੇ ਤੇ। ਜੇ ਅਜੇ ਵੀ ਕੌਮ ਵਿਸ਼ਵਾਸ ਕਰਦੀ ਹੈ, ਅਜੇ ਵੀ ਕੌਮ ਤੁਸੀਂ ਲੈ ਕੇ ਤੁਰ ਸਕਦੇ ਹੋ, ਤਾਂ ਕੋਈ ਮਤਲਬ ਚਲੋ ਜੋ ਕੁਝ ਹੋਇਆ, ਪਰ ਕੌਮ ਨੇ ਮਾਫ ਨਹੀਂ ਕਰਨਾ। ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਪੱਟੀ ਸਾਹਿਬ ਕੇ ਹੱਥ ਜੋੜਨਾ ਨਹੀਂ, ਖਲਾਸਾ ਹੋਣਾ ਕੀਤਾ, ਸਭ ਕੁਝ ਆ। ਉਦੋਂ ਜਾ ਕੇ ਖੰਡ ਪਾਠ ਮਾਫੀ ਕੀ ਮੰਗੀ ਆ, ਅਕਾਲ ਤਖਤ ਤੇ ਅਰਦਾਸ ਕਰੀ, ਸਭ ਕੁਝ ਕੀਤਾ, ਲੇਕਿਨ ਪਰੰਪਰਾਗਤ ਤਰੀਕੇ ਨਾਲ ਨਹੀਂ ਕੀਤਾ, ਜਿਹੜੀ ਲੋਕਾਂ ਨੂੰ ਮਨਜ਼ੂਰ ਨਹੀਂ। ਪਰ ਇਹ ਮਤ ਭੁੱਲਣ ਕੇ ਇਹ ਤਖਤ ਉਹ ਆ ਜਿਸ ਤਖਤ ਦੀ ਆਪਾਂ ਅੱਜ ਗੱਲ ਕਰ ਰਹੇ ਆ, ਇਹ ਤਾਂ ਸ਼ਹਿਨਸ਼ਾਹ ਨੂੰ ਵੀ ਬੰਨ ਲਿਆ ਥੰਬਲੇ ਨਾਲ ਉਹਨਾਂ ਨੇ। ਬੱਲੇ ਤੇ ਅੱਜ ਜਿਹੜੇ ਬਿਆਨ ਦਿੰਦੇ ਨਾ ਅਕਾਲ ਤਖਤ ਸਾਹਿਬ ਬਾਰੇ, ਠੀਕ ਆ, ਕਈ ਆਏ ਕਈ ਗਏ, ਤੁਹਾਡੇ ਵਰਗੇ ਚੌਧਰ ਤੇ ਭੁੱਖੇ, ਪਰ ਇਹ ਮਤ ਸੋਚਿਓ ਇਹ ਤਖਤ ਤੋਂ ਆ, ਤਖਤ ਦੀ ਸਾਜਨਾ ਗੁਰੂ ਸਾਹਿਬ ਨੇ ਕੀਤੀ ਹੈ, ਤੇ ਇੱਥੇ ਆਪਣੇ ਸ਼ਹਿਨਸ਼ਾਹ ਨੂੰ ਵੀ ਤਲਬ ਕਰ ਲਿਆ ਸੀ, ਤੇ ਥੰਬਲੇ ਨਾਲ ਬੰਨਣ ਵਾਲੀ ਕੌਮ ਆਏ। ਜੀ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ, ਤੁਹਾਨੂੰ ਪਤਾ ਹੀ ਨਹੀਂ ਫਲਸਫਾ ਕੀ ਆ, ਤੁਸੀਂ ਬਿਆਨ ਦੇਣ ਲੱਗ ਪੈਂਦੇ ਹੋ। ਜਹੇਦਾਰ ਨੇ ਤੁਹਾਡੇ ਬੱਚਿਆਂ ਨੂੰ ਹਥਿਆਰ ਚੁੱਕ ਕੇ ਕਿਸੇ ਨੂੰ ਮਾਰਨ ਵਾਸਤੇ ਥੋੜੀ ਕਿਹਾ, ਸਵੇ ਰੱਖਿਆ ਵਾਸਤੇ ਕਿਹਾ, ਸਵੇ ਰੱਖਿਆ ਵਾਸਤੇ ਤੇ ਤੁਸੀਂ ਮਤਲਬ ਆਪਣੇ ਘਰੇ ਪਈਆਂ ਹੋਈਆਂ, ਸੁੱਟ ਤੋਂ ਡਾਂਗਾ ਬਾਹਰ। ਚੋਰ ਆਉਂਦਾ ਸਾਡੇ ਘਰ ਦੇ ਵਿੱਚ, ਉਦੋਂ ਅਸੀਂ ਮੁੜ ਕੇ ਸਾਰਾ ਟੱਬਰ ਅੱਖਾਂ 'ਚ ਘਸੁੰਨ ਦੇ ਕੇ ਰੋਣਦੇ ਹੁੰਦੇ ਆ। ਮੈਂ 2 ਗੱਲਾਂ ਕਰੂੰਗਾ ਇੱਥੋਂ। ਉਹਨਾਂ ਕਿਸੇ ਨੂੰ ਗੁਨਾਹ ਕਰਨ ਵਾਸਤੇ ਕਿਹਾ, ਬੱਚੇ ਨੂੰ ਪੜਨ ਵਾਸਤੇ, ਉਹਨਾਂ ਪੜਨ ਤੋਂ ਬਾਗੀ ਹੋਣ ਲਈ ਕਿਹਾ। ਮੈਂ ਕਹਿੰਦਾ ਸੋਚ ਹੀ ਕੀ ਹੈ ਲੋਕਾਂ ਦੀ। ਪਹਿਲੀ ਗੱਲ ਤੇ ਖਾਲਸੇ ਜਿਹੜੀ ਗੱਲ ਕੀਤੀ ਸੀ ਨਾ, ਮੈਂ ਤਾਂ ਜਵਾਬ ਦੇਣ ਗਿਆ ਕਦੋਂ। ਅੱਜ ਦੀ ਡੇਟ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਦੀ ਮੀਟਿੰਗ ਹੋਈ RS ਦੀ, ਉਹਦਾ ਕਿਹਾ ਵੀ ਸਾਡੀਆਂ ਇੰਡੀਆ ਦੇ ਵਿੱਚ 66,000 ਬ੍ਰਾਂਚਾਂ ਨੇ ਜਿਹੜੀਆਂ ਸਾਡੀਆਂ ਹਥਿਆਰਧਾਰੀ ਨੇ, ਉਹਨਾਂ ਦੀ 2025 ਤੱਕ ਅਸੀਂ 1 ਲੱਖ ਗਿਣਤੀ ਪੂਰੀ ਕਰਨੀ ਆ। ਉੱਥੇ ਤਾਂ ਕੋਈ ਨਹੀਂ ਬੋਲਦਾ। ਚਲੋ ਉੱਥੇ ਕਰਨ ਆਪਣੀ ਸ਼ਾਖਾ ਦਾ ਆਪਣਾ ਨਿਯਮ ਆ, ਉਹਨਾਂ ਦਾ ਆਪਣਾ ਵਿਧੀ ਵਿਧਾਨ ਹੈ, ਐਕਸਰਸਾਈਜ਼ ਕਰਾਉਂਦੇ ਆ, ਉਹ ਟ੍ਰੇਨਿੰਗ ਦਿੰਦੇ ਆ ਉੱਥੇ। ਦੂਸਰੀ ਚੀਜ਼ 1965 ਦੀ ਜੰਗ ਵੇਲੇ ਜਿਹੜੇ ਸਾਡਾ ਇਹ ਇਲਾਕਾ ਸੀ ਨਾ, ਜਿਹੜਾ ਖੇਮਕਰਨ ਮੰਨਿਆ ਗਿਆ ਸੀਗਾ, ਇੱਥੇ ਸਾਡੀ ਗੈਰ ਸਿੱਖ ਫੌਜ ਸੀ। ਮੈਂ ਇਹ ਨਹੀਂ ਕਹਿਣਾ ਕਿੱਥੋਂ ਦੀ ਸੀ, ਉਹ ਫੌਜੀ ਕਹਿੰਦੇ ਸੀ ਵਰਦੀ ਵੀ ਲੈ ਲਓ ਤੇ ਬੰਦੂਕ ਵੀ ਲੈ ਲਓ, ਸਾਡੇ ਕਬੀਲੇ ਵਿੱਚ ਲਈਏ। ਸਾਡੇ ਨੌਜਵਾਨਾਂ ਨੇ, ਸਾਡੇ ਲੋਕਾਂ ਨੂੰ ਕੋਲ ਹੋਮਗਾਰਡ ਦੀ ਟ੍ਰੇਨਿੰਗ ਹੁੰਦੀ ਸੀ। ਹਾਂ ਹੁੰਦੀ ਸੀ। 3 ਲੀਟਰ ਦੀ ਬੰਦੂਕਾਂ ਮਿਲੀਆਂ ਹੁੰਦੀਆਂ ਸੀ। ਇਹ ਨਾਲ ਲੜਦੇ ਨੇ ਜਾ ਕੇ, ਤੁਹਾਡੇ ਦਾ ਅਸੀਂ ਲੜਦੇ, ਚੱਲ ਉੱਤਰੀ ਆਪਾਂ ਕੋਈ ਗੱਲ ਨਹੀਂ। ਸਾਡੇ ਮੁੰਡੇ ਵੀ ਸ਼ਹੀਦ ਹੋਏ, ਨਹੀਂ ਗੱਲ ਨਹੀਂ ਹੋਏ, ਤੇ ਕਿਸੇ ਨੇ ਪੁੱਛਿਆ। ਉਹ ਭਾਈ ਇਹ ਕੌਮ ਤੇ ਤੁਹਾਡੀ ਦੇਸ਼ ਦੀ ਰਾਖੀ ਕਰਨੀ। ਅੱਜ ਪੰਜਾਬ ਦੇਸ਼ ਦੀ ਖੜਕ ਵੀ ਜ਼ਿਆਦਾ ਬੈਠਾ ਵਾ। ਜਦੋਂ ਕੋਈ ਘਟਨਾ ਵਾਪਰਦੀ, ਪਹਿਲਾਂ ਸਭ ਤੋਂ ਟੱਕਰਾ ਇਹ ਕਰਦੇ ਖਲੋ ਕੇ ਉੱਥੇ, ਭਾਵੇਂ ਲਦਾਖ ਦਾ ਬਾਰਡਰ ਹੋਵੇ ਤੇ ਭਾਵੇਂ ਅਟਾਰੀ ਦਾ ਬਾਰਡਰ ਹੋਵੇ। ਜੀ ਚਲੋ 4 ਮਿੰਟ ਨੇ, 2 ਕਾਲਾਂ ਫਲੈਸ਼ ਹੋ ਰਹੀਆਂ ਨੇ। ਹੈਲੋ, ਹਾਂਜੀ
ਪੱਟੀ ਸਾਹਿਬ ਤੁਸੀਂ ਕਹਿੰਦੇ ਸੀ ਨਾ ਇਹਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨਹੀਂ ਟੁੱਟਦਾ ਇਹਦਾ ਅਕਾਲੀ ਦਲ ਦਾ ਹੁਣ ਤੱਕ ਵੀ ਇਹਦੇ ਮਗਰ ਹੈ। ਇਹ ਸਾਰੇ ਬੰਦੇ ਉਹ ਨੇ ਜਿਹੜੇ ਕਰਪਟ ਨੇ, ਜਿਨ੍ਹਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਖਾਦਾ ਹੈ ਜਾਂ ਮਤਲਬ ਸਰਕਾਰੀ ਤੌਰ ਤੇ ਇਹਨਾਂ ਨੇ ਕੀਤਾ। ਉਹ ਨਹੀਂ, ਇਹ ਉਹਨੇ ਜਿਹੜੇ ਉੱਥੇ ਗਏ ਸੀਗੇ ਕਿਹੜਾ ਆਪਣੇ ਘੁੰਮਣ ਫਿਰਨ ਪਿਕਨਿਕ ਮਨਾਉਣ ਤੇ ਨਾਲ ਯਾਤਰਾ ਕਰਨਾ ਗੋਆ ਵਾਲੇ ਆ ਵੀ ਚਲੋ ਠੀਕ ਆ। ਚਲੋ ਗਏ ਸੀ, ਸ਼ਿਮਲੇ ਗਏ ਸੀ, ਬੜੀ ਜੇ ਗੁਰਦੁਆਰੇ। ਚਲੋ ਅਗਲੀ ਕਾਲ, ਲਾਸਟ ਕਾਲ। ਹੈਲੋ ਹਾਂਜੀ, ਮੈਂ ਦੁਬਾਰਾ ਆਇਆ। ਉਹ ਅਣਜਾਣੇ 'ਚ ਗਲਤੀ ਨਹੀਂ ਹੋਈ, ਜਾਣ ਬੁੱਝ ਕੇ ਕਰਤੂਤਾਂ ਕੀਤੀ। ਮੈਂ ਕਿਹਾ ਚਲੋ ਜੀ ਵੇਖੋ, ਹੁਣ ਤਾਂ ਗੁਰਦਾਸ ਮਾਨ ਨੇ ਵੀ ਗਾਇਆ ਸੀ ਉੱਚਾ ਦਰ ਬਾਬੇ ਨਾਨਕ ਦਾ, ਉਸੇ ਬੋਲੀ ਨੂੰ ਉਹ ਪਿੱਠ ਵਿਖਾ ਕੇ ਬੈਠਾ ਤੇ ਵੇਖ ਲਓ ਕੀ ਹਾਲ ਆ। ਤੇ ਉਹੀ ਕਹਿੰਦਾ ਮੈਂ ਮਤਲਬ ਉੱਚਾ ਦਰ ਬਾਬੇ ਨਾਨਕ ਦਾ ਮੈਂ ਦੂਰੋਂ ਚੱਲ ਕੇ ਆਇਆ। ਜੇ ਨਾਨਕ ਦੇ ਦਰ ਤੇ ਕਹਿ ਦੇ ਵੀ ਮੈਂ ਕੋਈ ਨਹੀਂ, ਮੈਨੂੰ ਬਖਸ਼ ਦਿਓ, ਹੋਈਆਂ ਗਲਤੀਆਂ ਜਾਣ ਬੁੱਝ ਕੇ ਵੀ ਕੀਤੀਆਂ, ਜੇ ਹੋਈਆਂ ਵੀ ਅਣਜਾਣੇ ਚ ਹੀ ਹੋਈਆਂ। ਕਹਿੰਦੀ ਆਪਾਂ ਪੱਟੀ ਸਾਹਿਬ ਤੋਂ ਰਹਿ ਜਾਂਦੀ ਹੈ, ਚਾਵਲਾ ਸਾਹਿਬ ਉਹ ਤੁਸੀਂ ਪੂਰੀ ਕਰ ਦਿੰਦੇ, ਜਿਹੜੀ ਤੁਹਾਡੇ ਕੋਲ ਰਹਿ ਜਾਂਦੀ ਹੈ ਉਹ ਪੱਟੀ ਸਾਹਿਬ ਕੋਲ ਕੋਈ ਚੀਜ਼ ਲੁਕੀ ਨਹੀਂ, ਢੱਕਣ ਹੈ ਜਾਂ ਚੱਕ। ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਬਾਹਰ ਆ ਜਾਂਦਾ ਰਹਿੰਦੀ ਖੁਦੀ ਤੁਸੀਂ ਕੋਈ ਦੱਸ ਦਿੰਦੇ ਸਾਨੂੰ ਵੀ ਇਹ ਗੱਲ ਕਰ ਲਿਓ ਕੱਲ। ਕੱਲ ਨੂੰ ਚਾਵਲਾ ਤੁਰ ਗਿਆ ਤੇ ਕਿਹੜਾ ਬੜਾ ਗੁਰਮੁਖ ਬੰਦਾ ਸੀ, ਸਿਰੇ ਦਾ ਮੈਂ ਕਰਪਟ ਹੋਵਾਂ ਹਨਾ। ਕੱਲ ਨੂੰ ਮੈਂ ਤੁਰ ਜਾਣਾ ਸੰਸਾਰ ਦੇ ਤੇ ਸਾਰਿਆਂ ਨੇ ਜਾਣਾ, ਅਰਦਾਸੀਏ ਨੇ ਭਾਈ ਸਾਹਿਬ ਨੇ ਕਹਿਣਾ ਵੀ ਬੜਾ ਤਗੜਾ, ਬੜਾ ਮਤਲਬ ਗੁਰਮੁਖ ਜਨਮ ਸਵਾਰ ਦਰਗ ਚਲੇ, ਸਾਡੇ ਸਾਰਿਆਂ ਤੇ ਲੱਗ ਹੋਣਾ, ਸਿਰੇ ਦੇ ਅਸੀਂ ਭਾਵੇਂ ਜਲੀਲ ਹੋਈਏ ਹਨਾ, ਪਤਾ ਵੀ ਹੁੰਦਾ ਹੈ। ਲਾਸਟ ਕਾਲ ਲੈ ਲਈਏ। ਹਾਂਜੀ ਹੈਲੋ ਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚਾਵਲਾ ਜੀ, ਮੈਂ ਇੱਕ ਸੁਜੈਸਟ ਕਰਨਾ ਸੀ। ਅੱਜ ਮੈਂ ਦੇਖਿਆ ਸੀਗਾ ਕਿ ਜਿੱਥੇ ਕੀ ਕਹਿੰਦੇ ਮੀਨਾਕਾਰੀ ਹੋਈ ਨਾ ਦਰਬਾਰ ਸਾਹਿਬ ਦੇ ਅੰਦਰ, ਉੱਥੇ ਫੁੱਲ ਟੰਗੇ ਹੋਏ ਸੀਗੇ। ਜੇ ਪੱਟੀ ਸਾਹਿਬ ਉਹਨਾਂ ਨੂੰ ਕਹਿ ਦੇਣ ਕਿ ਉਹ ਤੱਕ ਵਾਪਸ ਹੀ ਇਹਨਾਂ ਨੇ ਰੈਲੈਕਸ ਤਾਂ ਅਸੀਂ ਪਹਿਲੇ ਹੀ ਗਵਾਲੇ ਆ ਆਪਣੇ, ਉੱਥੇ ਫੁੱਲ ਟੰਗੇ ਹੋਏ ਆ ਕਿੱਲਾ ਲਾ ਕੇ, ਪਲੀਜ਼ ਉਹਦੇ ਵੱਲ ਥੋੜਾ ਜਿਹਾ। ਕਿੱਥੇ ਜੀ ਮੀਨਾਕਾਰੀ? ਜਿੱਥੇ ਅੰਦਰ ਮੀਨਾਕਾਰੀ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਪ੍ਰਕਾਸ਼ ਹੁੰਦਾ ਹੈ ਹਰਿਮੰਦਰ ਸਾਹਿਬ ਦੇ ਵਿੱਚ। ਅੱਛਾ। ਉੱਪਰ ਕੀ ਕਹਿੰਦੇ ਫੁੱਲ ਲਾਏ ਹੋਏ ਸੀਗੇ, ਸਿੱਖ ਗੁਰੂ ਦੀ ਗੁਰਗੱਦੀ ਸੀ ਨਾ ਅੱਜ। ਹਾਂ ਫੁੱਲ ਟੰਗਣ ਦੀ ਕੀ ਲੋੜ ਹੈਗੀ? ਉਹ ਪਹਿਲੀ ਮੀਨਾਕਾਰੀ ਤਾਂ ਪਹਿਲੀ ਹੈ ਨਹੀਂ, ਅਸੀਂ ਸਭ ਕੁਝ ਤਾਂ ਗਵਾ ਲਿਆ ਆਪਣਾ। ਹੋਏ ਹੋਏ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਮੈਸੇਜ ਦਿੰਦੇ ਜੀ, ਡੈਫੀਨੇਟਲੀ ਤੁਹਾਡਾ ਮੈਸੇਜ ਤੇ ਪ੍ਰੋਗਰਾਮ ਤੋਂ ਹੁਣੇ ਫੋਨ ਕਰਦਾ ਜੀ, ਸੈਕਟਰੀ ਨੂੰ ਕਰਦਾ ਕਿ ਪ੍ਰਧਾਨ ਨੂੰ। ਪਾਟੀ ਸਾਹਿਬ ਬਾਜ ਆਖਾ ਵੇਖ ਲੋ, ਲੋਕ ਬਾਹਰ ਬੈਠੇ ਸਿਰ ਦਾ ਹਨਾ, ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ ਸੀ ਉਜੜ ਜੋ। ਬਿਲਕੁਲ, ਇਹ ਉਜੜੇ ਹੋਏ ਲੋਕ ਤੇ ਸਿੱਖੀ ਨੂੰ ਸਮਰਪਿਤ ਆ ਤੇ ਭਾਵਨਾਵਾਂ ਵੇਖੋ। ਜੀ ਜੀ ਜੀ। ਚਲੋ ਵੇਖੋ, ਅਸੀਂ ਹਰ ਰੋਜ਼ ਜਹੇਦਾਰ ਸਾਹਿਬ ਦਾ ਕੋਈ ਨਾ ਕੋਈ ਵਿੰਗਾ ਟੇਢਾ ਬਿਆਨ ਆਉਂਦਾ ਤੇ ਆਪਾਂ ਟਿੱਪਣੀ ਕਰਦੇ ਆ, ਪਰ ਅੱਜ ਕਈਆਂ ਨੂੰ ਇਹ ਚੰਗਾ ਨਹੀਂ ਲੱਗਾ ਹੋਊਗਾ ਕਿ ਸ਼ਾਇਦ ਅਸੀਂ ਜਹੇਦਾਰ ਸਾਹਿਬ ਦੀ ਇਸ ਗੱਲ ਦੀ ਪ੍ਰੋੜਤਾ ਕੋ ਕੀਤੀ ਹੈ। ਬਾਈ ਪ੍ਰੋੜਤਾ ਇਸ ਕਰਕੇ ਕੀਤੀ ਹੈ, 2-4 ਪੰਨੇ ਪੜ੍ਹੇ ਨੇ ਇਤਿਹਾਸ ਦੇ। ਗੁਰਤਾ ਗੱਦੀ ਦਿਵਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਨੇ, ਚਾਹੇ ਸ਼ਹਾਦਤ ਬਾਬੇ ਨਾਨਕ ਦੇ ਵੇਲੇ ਵੀ ਭਾਈ ਜੱਟੂ ਜੀ ਵਰਗੇ ਸ਼ਹੀਦ ਹੋਏ ਨੇ, ਤੇ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਿਹੜਾ ਸੀ ਮਿਸ਼ਨ ਚਲਾਇਆ ਸੀ ਵੀ ਨਹੀਂ ਹੁਣ ਬਰਾਬਰ ਦਾ ਮੁਕਾਬਲਾ ਕਰਨਾ, ਹੁਣ ਹਥਿਆਰ ਵੀ ਚਾਹੀਦੇ ਆ, ਘੋੜੇ ਵੀ ਚਾਹੀਦੇ ਆ, ਤੇ ਨਾਲ ਸ਼ਸਤਰਬੰਦ ਫੌਜ ਵੀ ਤਿਆਰ ਕੀਤੀ ਜਿਸ ਤਰੀਕੇ ਨਾਲ ਕੀਤੀ। ਸੋ ਉਹਨੂੰ ਅੱਗੇ ਜਾ ਕੇ 10ਵੇਂ ਜਾਮੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਸਾਨੂੰ ਉਪਦੇਸ਼ ਵੀ ਦਿੱਤੇ ਨੇ। ਮੈਂ ਅੱਗੇ ਵੀ ਗੱਲ ਕੀਤੀ ਆ ਕਿ ਕੜਾ ਸਿੱਖ ਨੂੰ ਸੱਜੇ ਹੱਥ ਪਾਉਣ ਦਾ ਉਪਦੇਸ਼ ਹੈ, ਕਿ ਤੇਰਾ ਜਦੋਂ ਹੱਥ ਉੱਠੇ ਕਿਸੇ ਵੀ ਕੰਮ ਵਾਸਤੇ, ਕੜਾ ਤੇਰੇ ਗੁਰੂ ਦੀ ਨਿਸ਼ਾਨੀ ਹੈ। ਇਹ ਬੀਅਰ ਦੇ ਡੱਟ ਖੋਲਣ ਵਾਲਿਓ, ਤੁਹਾਡੇ ਵਾਸਤੇ ਨਹੀਂ ਸਮਝਦੀ ਗੱਲ, ਆ ਤੁਸੀਂ ਲਿਖਣੀਆਂ ਨੇ ਗੱਲਾਂ। ਇਹ ਮਾੜਾ ਕਰਮ ਕਰਨ ਵਾਸਤੇ ਵੀ ਯਾਦ ਆਵੇ ਕਿ ਮੈਂ ਕਲਗੀਆਂ ਵਾਲੇ ਬਾਪੂ ਦਾ ਸਿਪਾਹੀ ਹਾਂ, ਤੇ ਚੰਗਾ ਕਰਨ ਵਾਸਤੇ ਵੀ, ਮਾੜਾ ਕਰਨ ਵਾਸਤੇ ਰੁਕ ਜਾਵੇ, ਚੰਗਾ ਕਰਨ ਵਾਸਤੇ ਰੁਕੇ ਨਾ। ਕਿਉਂ ਭੱਟੀ ਸਾਹਿਬ? ਬਿਲਕੁਲ ਜੀ, ਬਿਲਕੁਲ। ਸੋ ਇਸ ਕਰਕੇ ਇਹ ਗੱਲਾਂ ਸਮਝ ਤੋਂ ਬਾਹਰ ਨੇ। ਬਹੁਤੇ ਬੁੱਧੀਜੀਵੀ ਜਿਹੜੇ ਸੋਸ਼ਲ ਨੈਟਵਰਕ ਮੀਡੀਆ ਤੇ ਉਹਨਾਂ ਨੂੰ ਭਾਵਨਾਵਾਂ ਨੂੰ ਜੇਕਰ ਠੇਸ ਪਹੁੰਚੇ, ਸੋਸ਼ਲ ਨੈਟਵਰਕ ਮੀਡੀਆ ਦੇ ਖੇਮਾਂ ਦੇ ਜਾਚਕਾਂ। ਨੰਬਰ ਹੈ ਸਟੂਡੀਓ ਦਾ 905-813-1320 ਜਾਂ 4167167794। ਫ੍ਰੀ ਨਹੀਂ ਹੁੰਦੇ, ਇਸ ਕਰਕੇ ਸੋਸ਼ਲ ਨੈਟਵਰਕ ਮੀਡੀਆ ਤੇ ਬਹੁਤ ਹੀ ਜ਼ਿਆਦੀਆਂ YouTube ਤੇ ਆ ਪੁੱਠੇ ਸਿੱਧੀਆਂ ਹਰਕਤਾਂ ਨਹੀਂ ਕਰੀਦੀਆਂ। ਜੇ ਫ੍ਰੀ ਹੋ ਗਏ ਤਾਂ ਫਿਰ ਊਲ ਜਲੂਲ ਲੈ ਕੇ ਆਪਾਂ ਵੀ ਵੀਵਰਸ ਵਧਾ ਲਾਂਗੇ। ਭੱਟੀ ਸਾਹਿਬ ਸਵੇਰੇ ਮਿਲਦੇ ਆ। ਸ਼ੁਕਰੀਆ ਜੀ। ਭੁੱਲਾਂ ਚੁੱਕਾਂ ਦੀ ਮਾਫੀ, ਰੱਬ ਰਾਖਾ। ਸਤਿ ਸ੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।